ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਓ। ਸ੍ਰੀ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਿਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਬੰਦੋਹੋਂ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਹ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਦੋਹਰਾ ਸਿੱਖ ਕੋਟਨ ਕੀ ਕੈਦ ਕੋ ਇਕ ਬਚ ਕਰੇ ਖਲਾਸ। ਸੋ ਤੁਰ ਕੇਸਰ ਕੈਦ ਮੈਂ ਪਰਖੋ ਗੁਰੂ ਬਿਲਾਸ। ਪਰਮ ਸਨਮਾਨਯੋਗ ਰਾਜਾਨ ਰਾਜ ਪਾਨਾਨ ਪਾਨ ਦੀਵਾਨ ਦੇਵ ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਨ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ ਆਓ। ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਨਾਲ ਆਪਾਂ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਆਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਜੋ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਵਿੱਤਰ ਸਥਾਨਾਂ ਤੇ ਆਪ ਸੰਗਤ ਰੋਜ਼ਾਨਾ ਸਰਵਣ ਕਰਦੇ ਹੋ। ਚੱਲਦੀ ਆ ਰਹੀ ਲੜੀ ਤਹਿਤ ਕੁਝ ਸਮਾਂ ਮਹਾਰਾਜ ਕੇ ਜੀਵਨ ਵਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ, ਰਸਨਾ ਨੂੰ ਪਵਿੱਤਰ ਕਰੀਏ, ਗੁਰਫਤਿਹ ਨਾਲ ਸਾਂਝ ਪਾਉਣੀ, ਫਤਿਹ ਪ੍ਰਵਾਨਣਾ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਨੇ ਗ੍ਰਿਫਤਾਰ ਕੀਤਾ ਹੈ, ਕਾਰਾਗ੍ਰਹਿ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਕੋਠੜੀ ਦੇ ਅੰਦਰ ਤਾੜਿਆ ਹੈ, ਕੈਦ ਕੀਤਾ ਹੈ। ਵਿਸ਼ੇਸ਼ ਸਿਪਾਹੀਆਂ ਦੇ ਪਹਿਰੇ ਮਹਾਰਾਜ ਜੀ ਤੇ ਲਾਏ ਹੋਏ ਹਨ ਤੇ ਬੜੀ ਆਪਣੇ ਪਾਸ ਤੋਂ ਵਿਖਮ ਔਖੀ ਸਜ਼ਾ ਮਹਾਰਾਜ ਜੀ ਨੂੰ ਦੇ ਰਿਹਾ ਹੈ, ਕਠਨ ਦੰਡ ਦੇ ਰਿਹਾ ਹੈ, ਤਾਂ ਜੋ ਇਸ ਦੰਡ ਤੋਂ ਤੰਗ ਹੋ ਕਰ, ਦੁਖੀ ਹੋ ਕਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸਲਾਮ ਪ੍ਰਵਾਨ ਕਰ ਲੈਣ। ਸੋ ਜਿਸ ਵੇਲੇ ਬਾਦਸ਼ਾਹ ਔਰੰਗਜ਼ੇਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕਰ ਰਿਹਾ ਹੈ, ਕੁਝ ਹਵਾਲਾ ਵਿਸਤਾਰ ਸਹਿਤ ਆਪ ਸੰਗਤਾਂ ਨੇ ਪਿੱਛੇ ਸਰਵਣ ਕੀਤਾ ਹੈ।
ਅੱਗੇ ਜਿਸ ਵਿਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਅੰਕਿਤ ਕੀਤਾ ਹੈ, ਸਿੱਖ ਕੋਟਨ ਕੀ ਕੈਦ ਕੋ ਇੱਕ ਬਚ ਕਰੇ ਖਲਾਸ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜੋ ਕਿ ਆਪ ਇਤਨੀ ਅਜ਼ਮਤ ਦੇ, ਸ਼ਕਤੀ ਦੇ, ਤਾਕਤ ਦੇ ਮਾਲਕ ਹਨ ਵੀ ਆਪ ਜੇਕਰ ਆਪਣੇ ਮੁਖ ਤੋਂ ਇੱਕ ਬਚਨ ਬੋਲਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਾ ਮੁਖ ਤੋਂ ਬੋਲਿਆ ਹੋਇਆ ਇੱਕ ਬਚਨ ਕਰੋੜਾਂ ਸਿੱਖਾਂ ਦੇ ਜਨਮਾਂ ਜਨਮਾਂਤਰਾਂ ਦੀ ਕੈਦ ਕੱਟ ਸਕਦਾ ਹੈ। ਇਤਨੀ ਅਜ਼ਮਤ ਹੈ ਮਹਾਰਾਜ ਕੇ ਅੰਦਰ ਕਿ ਇੱਕ ਬੋਲ ਦੇ ਨਾਲ ਮਹਾਰਾਜ ਜਨਮਾਂ ਜਨਮਾਂਤਰਾਂ ਦੇ ਬੰਧਨ, ਜਨਮਾਂ ਜਨਮਾਂਤਰਾਂ ਦੀ ਕੈਦ ਖਤਮ ਕਰ ਸਕਦੇ ਹਨ। ਐਸੀ ਸਮਰੱਥਾ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਔਰੰਗਜ਼ੇਬ ਗ੍ਰਿਫਤਾਰ ਕਰਕੇ ਕਹਿ ਰਿਹਾ ਹੈ ਕਿ ਅਸੀਂ ਇਹਨਾਂ ਨੂੰ ਦੰਡ ਦੇਣਾ ਹੈ। ਭਾਈ ਸਾਹਿਬ ਜੀ ਲਿਖਦੇ ਨੇ, ਸੋ ਤੁਰਕੇਸ਼ਰ ਕੈਦ ਮੈਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੁਰਕੇਸ਼ਰ, ਤੁਰਕ ਬਾਦਸ਼ਾਹ ਔਰੰਗਜ਼ੇਬ ਦੀ ਕੈਦ ਵਿੱਚ ਹਨ। ਪਰਖੋ ਗੁਰੂ ਬਿਲਾਸ, ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਦੰਡ ਦੇ ਕਰਕੇ ਆਪਣੇ ਵੱਲੋਂ ਤੰਗ ਕਰਕੇ ਗੁਰਦੇਵ ਜੀ ਕੇ ਸਬਰ, ਅਜ਼ਮਤ, ਤਾਕਤ ਨੂੰ ਪਰਖਣਾ ਚਾਹੁੰਦਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਇਹ ਵੀ ਇੱਕ ਅਜੀਬ ਜੀ ਬਾਤ ਹੈ ਕਿ ਜਿਹੜੇ ਗੁਰਦੇਵ ਆਪਣੀਆਂ ਮੁਬਾਰਕ ਸ਼ਬਦਾਂ ਰਾਹੀਂ ਸਿੱਖਾਂ ਦੀ ਬੰਦ ਖਲਾਸੀ ਕਰਦੇ ਹੋਣ, ਕੈਦ ਕੱਟਦੇ ਹੋਣ, ਉਹ ਅੱਜ ਆਪ ਇਸ ਕੈਦ ਵਿੱਚ ਨਿਰੰਤਰ ਕਿਤਨੇ ਦਿਨਾਂ ਤੋਂ ਬੈਠੇ ਹਨ। ਇਹ ਮਹਾਰਾਜ ਜੀ ਕੀ ਆਪਣੀ ਇੱਕ ਮੌਜ ਹੈ ਜੀ। ਚੌਪਈ ਮੂੜ ਨਰੰਗੇ ਇੱਕ ਦਿਨ ਮਾਹੀ। ਮੂਰਖ ਬਾਦਸ਼ਾਹ ਹੈ ਨਰੰਗਾ ਔਰੰਗਜ਼ੇਬ। ਇੱਕ ਦਿਨ ਮਾਹੀ, ਇੱਕ ਦਿਨ ਭਾਵ ਔਰੰਗਜ਼ੇਬ ਬਾਦਸ਼ਾਹ ਇੱਕ ਦਿਨ ਇਉਂ ਕਰਦਾ ਹੈ ਜੀ। ਗੁਰ ਬਿਰਤੰਤ ਚਿਤਵੋ ਮਤ ਨਾਹੀ। ਗੁਰੂ ਜੀ ਕਾ ਜੋ ਬਿਰਤਾਂਤ ਹੈ, ਜਿਵੇਂ ਉਸਨੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਗ੍ਰਿਫਤਾਰ ਕਰਨ ਉਪਰੰਤ ਜੋ ਕੁਝ ਕੀਤਾ ਹੈ, ਜਿਵੇਂ ਦੰਡ ਦਿੱਤਾ ਹੈ ਜਾਂ ਜੋ ਬਾਤਾਂ ਮਹਾਰਾਜ ਨੂੰ ਕਹੀਆਂ ਹਨ। ਆਏ ਸਰਾ ਮੈਂ ਅਬੈ ਸੁਖਾਲਾ। ਬੈਠ ਕਰਕੇ ਦੰਡ ਦੇ ਕਰਕੇ ਨਿਰੰਤਰ ਕਈ ਦਿਨ ਕਠਨ ਦੰਡ ਦੇ ਕਰਕੇ ਪਿੰਜਰਿਆਂ ਵਿੱਚ ਪਾ ਕਰਕੇ ਤੇ ਹੁਣ ਸੋਚਦਾ ਹੈ ਵੀ ਹੁਣ ਸ਼ਰਾਂ ਵਿੱਚ ਸੁਖਾਲੇ ਆ ਜਾਣਗੇ। ਭਾਵ ਸਰੀਰ ਕਰਕੇ ਜੇ ਪੀੜਾ ਵਿੱਚ ਹਨ ਤੇ ਹੁਣ ਸਾਡਾ ਜਿਹੜਾ ਈਨ ਹੈ ਉਹ ਮੰਨ ਲੈਣਗੇ, ਭਾਵ ਇਸਲਾਮੀ ਹੋ ਜਾਣਗੇ। ਅਜ਼ਮਤ ਕਿਦੋ ਦਿਖਾਏ ਵਿਸਾਲਾ। ਜਾਂ ਫਿਰ ਇਸ ਦੰਡ ਤੋਂ ਬਚਣ ਦੇ ਲਈ, ਇਸ ਦੁੱਖ ਨੂੰ ਮੁਕਾਉਣ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਜ਼ਰੂਰ ਕੋਈ ਨਾ ਕੋਈ ਕਰਾਮਾਤ, ਅਜ਼ਮਤ ਦਿਖਾਉਣਗੇ। ਇੱਕ ਮੁੱਲਾ ਕੋ ਨਿਕਟ ਹਕਾਰਾ। ਫਿਰ ਉਸਨੇ ਆਪਣੇ ਇੱਕ ਨਿੱਜੀ ਸਲਾਹਕਾਰ, ਨਿੱਜੀ ਐਲਕਾਰ ਇੱਕ ਮੁੱਲਾ ਨੂੰ ਆਪਣੇ ਪਾਸ ਬੁਲਾਉਣਾ ਕੀਤਾ ਹੈ। ਨਿਜ ਆਸੈ ਤਿਸ ਪਾਸ ਉਚਾਰਾ। ਤੇ ਜੋ ਕੁਝ ਉਸ ਦੇ ਅੰਦਰ ਵਿਚਾਰ ਚੱਲ ਰਹੀ ਹੈ ਵੀ ਬਹੁਤ ਦੰਡ ਦੇ ਚੁੱਕੇ ਆ, ਬੜੇ ਦਿਨਾਂ ਤੋਂ ਇੱਕ ਸਹਿ ਕਸ਼ਟ ਦਿੱਤੇ ਜਾ ਰਹੇ ਨੇ, ਭੁੱਖ ਪਿਆਸ ਆਦਿਕ, ਸੋ ਇਤਨਾ ਦੰਡ ਦੇਣ ਤੋਂ ਬਾਅਦ ਤੇ ਹੁਣ ਈਨ ਮੰਨ ਨਹੀਂ ਲੈਣਗੇ। ਇਸ ਕਰਕੇ ਨਿਜ ਆਸ਼ਾ, ਆਪਣਾ ਜਿਹੜਾ ਦਿਲੀ ਵਿਚਾਰ ਹੈ ਉਹ ਉਸਨੇ ਫਿਰ ਇਸ ਮੁੱਲਾਂ ਦੇ ਨਾਲ ਸਾਂਝੀ ਕੀਤੀ ਹੈ। ਹਿੰਦੁਨ ਕੋ ਗੁਰੂ ਕੈਦ ਮਜਾਰੀ। ਹਿੰਦੂਆਂ ਦੇ ਗੁਰੂ ਭਾਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਕਿਉਂਕਿ ਉਸ ਵਕਤ ਅਗਵਾਈ ਸਨਾਤਨੀਆਂ ਹਿੰਦੂਆਂ ਦੀ ਮਹਾਰਾਜ ਕਰ ਰਹੇ ਨੇ। ਸੋ ਇਸ ਕਰਕੇ ਜਿਹੜੇ ਕੈਦ ਦੇ ਅੰਦਰ ਹਨ ਜੀ, ਸਮਝਾਓ ਇਮ ਕਰੋ ਉਚਾਰੀ। ਤੇ ਬਾਦਸ਼ਾਹ ਮੁੱਲਾ ਨੂੰ ਕਹਿਣ ਲੱਗਾ ਵੀ ਹੁਣ ਤੁਸੀਂ ਜਾਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਾਥ ਜਾ ਕੇ ਬਾਤ ਕਰੋ ਤੇ ਹੁਣ ਸਮਝਾਓ ਕਿ ਬਹੁਤ ਦਿਨ ਹੋ ਗਿਆ ਤੁਹਾਨੂੰ ਕਸ਼ਟ ਝੱਲਦਿਆਂ, ਅਸਹਿ ਪੀੜਾ ਹੈ, ਦੁੱਖ ਤਕਲੀਫਾਂ ਆਦਿਕ। ਸੋ ਹੁਣ ਜਿਹੜੀ ਬਾਦਸ਼ਾਹ ਦੀ ਬਾਤ ਮੰਨ ਲਓ ਤਾਂ ਜੋ ਇਹ ਸਭ ਕੁਝ ਇੱਥੇ ਹੀ ਖਤਮ ਹੋ ਜਾਏ। ਕਰਾਮਾਤ ਆਪਣੀ ਦਿਖਰਾਵੋ। ਆਪਣੀ ਕੋਈ ਕਰਾਮਾਤ, ਕੋਈ ਅਜ਼ਮਤ ਬਾਦਸ਼ਾਹ ਦੇ ਸਾਹਮਣੇ ਵਿਖਾਵੋ, ਕਿਉਂਕਿ ਬਾਦਸ਼ਾਹ ਕਰਾਮਾਤ ਦਾ ਕਾਇਲ ਹੈ, ਸਮੁੱਚਾ ਇਸਲਾਮ ਹੀ ਕਰਾਮਾਤ ਦਾ ਕਾਇਲ ਹੈ। ਸੋ ਬਾਦਸ਼ਾਹ ਤੁਹਾਡੀ ਕਰਾਮਾਤ ਵੇਖਣਾ ਚਾਹੁੰਦਾ ਹੈ ਤੇ ਹੁਣ ਉਹਨਾਂ ਨੂੰ ਕਰਾਮਾਤ ਦਿਖਾ ਦਿਓ ਜੀ। ਨਾਹੇ ਤਾਂ ਸਰਾ ਬਿਖੈ ਤੁਮ ਆਵੋ। ਤੇ ਜੇ ਕਰਾਮਾਤ ਨਹੀਂ ਵਿਖਾਉਣੀ ਫਿਰ ਦੂਜੀ ਸ਼ਰਤ ਜਿਹੜੀ ਹੈ ਇਸਲਾਮੀ ਸ਼ਰ੍ਹਾ ਵਿੱਚ ਆਪਣੇ ਦੀਨ ਨੂੰ ਤਿਆਗ ਕਰਕੇ, ਆਪਣੇ ਮਜ਼ਹਬ ਨੂੰ ਤਿਆਗ ਕਰਕੇ ਇਸਲਾਮ ਧਾਰਨ ਕਰ ਲਓ, ਭਾਵ ਇਸਲਾਮੀ ਹੋ ਜਾਓ। ਸੁਨਤ ਸਾਤੇ ਆਸੈ ਉਰਕਾ। ਤੇ ਜਿਹੜੇ ਮੁੱਲਾ ਨਿੱਜੀ ਸਲਾਹਕਾਰ ਜੋ ਬਾਦਸ਼ਾਹ ਨੇ ਆਪਣਾ ਬੁਲਾਇਆ ਹੈ, ਉਸਨੇ ਬਾਦਸ਼ਾਹ ਔਰੰਗਜ਼ੇਬ ਦੀ ਬਾਤ ਸੁਣੀ
ਉਹਦੇ ਹਿਰਦੇ ਦੀ ਬਾਤ ਸੁਣ ਕਰਕੇ ਜੀ ਨਹੀਂ ਮਹਾਤਮ ਜਾਣੈ ਗੁਰ ਕਾ। ਤੇ ਇਹ ਵੀ ਬਾਦਸ਼ਾਹ ਵਰਗਾ ਹੀ ਹੈ, ਕਿਉਂਕਿ ਉਹਦਾ ਹਮਾਇਤੀ ਹੈ, ਉਹਦਾ ਜਮਾਤੀ ਹੈ, ਉਹਦਾ ਸਭਾ ਵਿੱਚ ਬੈਠਣ ਵਾਲਾ ਸਲਾਹਕਾਰ ਹੈ। ਤੇ ਸੁਰਤੀ ਬਿਰਤੀ ਇਹਦੀ ਵੀ ਉਹ ਵੈਸੀ ਹੋਣੀ ਹੈ, ਹਠੀ ਹੰਕਾਰੀ। ਸੋ ਇਸ ਨੇ ਵੀ ਨਹੀਂ ਸਮਝਿਆ ਮਹਾਰਾਜ ਜੀ ਕਾ ਮਹਾਤਮ, ਤੇ ਨਾ ਔਰੰਗਜ਼ੇਬ ਬਾਦਸ਼ਾਹ ਨੂੰ ਗੁਰੂ ਦੀ ਕੋਈ ਬਾਤ, ਕੋਈ ਵਡਿਆਈ ਦਾ ਪਤਾ ਹੈ ਜੀ। ਜਿਸ ਥਲ ਹੋਤੇ ਸੋ ਆਏ ਮੁਲਾਨਾ। ਫਿਰ ਬਾਦਸ਼ਾਹ ਦਾ ਹੁਕਮ ਪਾ ਕਰਕੇ ਇਹ ਜਿਹੜਾ ਮੁੱਲਾ ਸੀ, ਇਹ ਉਸ ਸਥਾਨ ਤੇ ਆਇਆ ਜਿਸ ਸਥਾਨ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਕੈਦ ਕੀਤਾ ਹੋਇਆ ਹੈ। ਕਹਿਓ ਸਾਕੋ ਸਕਲ ਬਖਾਨਾ। ਤੇ ਜਿਵੇਂ ਜਿਵੇਂ ਬਾਦਸ਼ਾਹ ਨੇ ਇਸ ਮੁੱਲਾ ਨੂੰ ਕਿਹਾ ਹੈ, ਜੋ ਬਾਤ ਬਾਦਸ਼ਾਹ ਔਰੰਗਜ਼ੇਬ ਨੇ ਸਮਝਾਈ ਹੈ, ਠੀਕ ਉਸੇ ਤਰ੍ਹਾਂ ਇਸ ਮੁੱਲਾ ਨੇ ਆ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਸਨਮੁਖ ਇਹ ਪ੍ਰਸਤਾਵ ਰੱਖਿਆ ਹੈ। ਹਜਰਤ ਨਾ ਭੇਜਿਓ ਤੁਮ ਤੀਰ। ਮਹਾਰਾਜ ਕੋ ਆਕਰ ਕਹਿਣ ਲੱਗਾ ਵੀ ਮੈਨੂੰ ਬਾਦਸ਼ਾਹ ਔਰੰਗਜ਼ੇਬ ਨੇ ਤੁਹਾਡੇ ਤਾਈਂ, ਤੁਹਾਡੇ ਪਾਸ ਭੇਜਿਆ ਹੈ ਜੀ। ਭਣਿਓ ਜੋ ਅਹੋ ਹਿੰਦ ਕੇ ਪੀਰ। ਤੇ ਉਹਨਾਂ ਨੇ ਇਉਂ ਕਿਹਾ ਹੈ ਵੀ ਜਾ ਕਰਕੇ ਸਾਡੀ ਬਾਤ ਹਿੰਦ ਦੇ ਪੀਰ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਆਗੂ ਬਣ ਕੇ ਆਏ ਹਨ ਹਿੰਦੂਆਂ ਦੇ, ਸੋ ਸਾਡੀ ਜਿਹੜੀ ਬਾਤ ਹੈ ਇਉਂ ਇੱਕ ਵਾਰ ਜਾ ਕਰਕੇ ਉਹਨਾਂ ਨੂੰ ਕਹਿ ਦਿਓ ਜਾਂ ਸਮਝਾ ਦਿਓ ਜੀ। ਲਾਖੋ ਸਿੱਖ ਕਹਾਏ ਤੁਮਾਰੇ। ਰੱਖ ਲੱਖੋਂ ਸਿੱਖ ਭਾਵ ਆਪ ਗੁਰੂ ਮੰਨੇ ਜਾਂਦੇ ਹੋ ਸੰਸਾਰ ਵਿੱਚ, ਤੇ ਆਪ ਜੀ ਕੀ ਰਹਿਨਮਾਈ ਹੇਠ ਲੱਖਾਂ ਆਪ ਜੀ ਕੇ ਸਿੱਖ ਸੇਵਕ ਇਸ ਸੰਸਾਰ ਵਿੱਚ ਹਨ, ਭਾਵ ਆਪ ਜੀ ਕੇ ਹੁਕਮ ਅਨੁਸਾਰ ਜਿਹੜੇ ਵਰਤਦੇ ਹਨ। ਸਭ ਮਾਨੈ ਕਰ ਭਾਉ ਉਧਾਰੇ। ਤੇ ਜਿਤਨੇ ਵੀ ਆਪ ਜੀ ਕੇ ਸਿੱਖ ਹਨ ਸਮੁੱਚੇ ਸੰਸਾਰ ਵਿੱਚ, ਭਾਵੇਂ ਉਹ ਸਿੱਖ ਮੱਤ ਦੇ ਅੰਦਰੋਂ ਜਾਂ ਸਨਾਤਨੀ ਮੱਤ ਕਿਸੇ ਵੀ ਧਰਮ ਅੰਦਰੋਂ ਜਿਹੜੇ ਮਹਾਰਾਜ ਜੀ ਨੂੰ ਸ਼ਰਧਾ ਸਹਿਤ ਪੂਜਦੇ ਹਨ, ਸੋ ਜਿਤਨੇ ਵੀ ਸਿੱਖ ਹਨ ਸਭ ਆਪ ਜੀ ਕੀ ਬਾਤ ਨੂੰ ਭਲੇ ਪ੍ਰਕਾਰ ਸਤ ਵਚਨ ਕਹਿ ਕਰਕੇ ਮੰਨਦੇ ਹਨ। ਧੰਨਵਾਦਕ ਵਸਤੂ ਅਰਪੰਤੇ। ਤੇ ਮੁੱਲਾ ਜੀ ਕਹਿਣ ਲੱਗੇ ਬਾਦਸ਼ਾਹ ਨੇ ਬਾਤ ਕਹੀ ਹੈ ਕਿ ਆਪ ਜੀ ਕੇ ਸਿੱਖ ਆਪ ਜੀਆਂ ਨੂੰ ਹਰ ਸ਼ੈ ਭੇਟ ਕਰਦੇ ਹਨ, ਭਾਵੇਂ ਜੇ ਉਹਨਾਂ ਪਾਸ ਧਨ ਹੈ ਧਨ ਭੇਟ ਕਰ ਦਿੰਦੇ ਨੇ, ਕਿਸੇ ਪਾਸ ਕੋਈ ਦੇਣ ਯੋਗ ਵਸਤੂ ਹੈ ਉਹ, ਜਾਂ ਇੱਥੋਂ ਤੱਕ ਵੀ ਭਾਵਨਾ ਵਿੱਚ ਆ ਕੇ ਜਿਹੜੇ ਸਿੱਖ ਨੇ ਉਹ ਸਰੀਰ ਤੱਕ ਦਾਨ ਕਰ ਦਿੰਦੇ ਨੇ, ਭਾਵ ਮਹਾਰਾਜ ਜਿਹੜੀ ਸੇਵਾ ਦਿੰਦੇ ਨੇ, ਕਈ ਦਿਨ ਮਹਾਰਾਜ ਕੀ ਹਜ਼ੂਰੀ ਵਿੱਚ ਸੇਵਾ ਵੀ ਕਰਿਆ ਕਰਦੇ ਸਨ, ਸ਼ਰਮਦਾਨ। ਸੋ ਸਭ ਵਸਤੂ ਮਹਾਰਾਜ ਆਪ ਜੀ ਕੇ ਚਰਨਾਂ ਵਿੱਚ ਤੁਹਾਡੇ ਸਿੱਖ ਭੇਟ ਕਰਦੇ ਹਨ। ਬੈਠੋ ਤੁਮ ਬਨ ਗੁਰੂ ਮਹੰਤੇ। ਤੇ ਜਦੋਂ ਕਿ ਆਪ ਜੀਆਂ ਨੂੰ ਸਮੁੱਚਾ ਸੰਸਾਰ ਮੰਨਦਾ ਹੈ, ਸਾਰੇ ਆਪ ਜੀ ਕੀ ਬਾਤ ਨੂੰ ਮੰਨਦੇ ਨੇ, ਆਪ ਜੀ ਕੇ ਸਿੱਖ ਨੇ, ਆਪ ਉਹਨਾਂ ਸਭ ਦੇ ਗੁਰੂ ਹੋ, ਫਿਰ ਇਤਨਾ ਕਸ਼ਟ ਕਿਉਂ ਸਹਿਨ ਕਰ ਰਹੇ ਹੋ? ਕਿਉਂ ਇਸ ਜੇਲ੍ਹ ਦੇ ਅੰਦਰ, ਕਾਲ ਕੋਠੜੀ ਦੇ ਅੰਦਰ ਭੁੱਖੇ ਪਿਆਸੇ ਬੈਠੇ ਹੋ? ਆਪ ਹੋਰ ਵੱਡੇ ਗੁਰੂ ਬਣ ਜਾਓ। ਰਾਜਨੀਤੀ ਦਾ ਇਹ ਨਿਯਮ ਹੈ, ਰਾਜਨੀਤੀ ਅਕਸਰ ਇਦਾਂ ਹੀ ਮਨੁੱਖ ਨੂੰ ਖਰੀਦਦੀ ਹੈ। ਸੋ ਆਪ ਹੋਰ ਵੱਡੇ ਗੁਰੂ ਬਣ ਜਾਓ, ਭਾਵ ਆਪ ਬਾਦਸ਼ਾਹ ਦੀ ਬਾਤ ਮੰਨ ਲਓ, ਗੁਰੂ ਆਪ ਇਦਾਂ ਹੀ ਰਹੋਗੇ, ਬਸ ਧਰਮ ਤਬਦੀਲ ਕਰ ਲਵੋ ਜਾਂ ਫਿਰ ਕਰਾਮਾਤ ਦਿਖਾ ਦਿਓ, ਤੇ ਤੁਹਾਡੀ ਜਿਹੜੀ ਵਡਿਆਈ ਹੈ, ਜੈ ਜੈਕਾਰ ਹੈ, ਸਰਕਾਰ ਵੱਲੋਂ, ਬਾਦਸ਼ਾਹ ਵੱਲੋਂ ਹੋਰ ਵਧਾ ਦਿੱਤੀ ਜਾਏਗੀ। ਅਜਮਤ ਧਰ ਕਰ ਗੁਰੂ ਕਹਾਵੋ। ਅਜ਼ਮਤ ਭਾਵ ਜੇਕਰ ਆਪ ਬਾਦਸ਼ਾਹ ਔਰੰਗਜ਼ੇਬ ਦੇ ਸਨਮੁਖ ਕੋਈ ਕਰਾਮਾਤ ਦਿਖਾਉਂਦੇ ਹੋ, ਜਿਵੇਂ ਬਾਬਾ ਰਾਮ ਰਾਏ ਜੀ ਨੇ ਦਿੱਲੀ ਜਾ ਕੇ ਦਿਖਾਈਆਂ ਸਨ, ਫਿਰ ਹੋਵੇਗਾ ਕਿ ਸਰਕਾਰੀ ਦਰਬਾਰੇ ਵੀ ਇਹ ਬਾਤ ਹੋਵੇਗੀ ਤੇ ਆਮ ਲੋਕਾਂ ਵਿੱਚ ਵੀ ਇਹ ਪ੍ਰਚਾਰਿਆ ਜਾਵੇਗਾ ਵੀ ਗੁਰੂ ਜੀ ਨੇ ਅਜ਼ਮਤ ਦਿਖਾਈ ਹੈ, ਕਰਾਮਾਤੀ ਤਾਕਤਾਂ ਦੇ ਮਾਲਕ ਹਨ। ਫਿਰ ਇਹ ਜਿਹੜੀ ਵਡਿਆਈ ਹੈ, ਇਹਦਾ ਜਿਹੜਾ ਪ੍ਰਭਾਵ ਹੈ, ਇਹਦਾ ਜਿਹੜਾ ਫਲ ਹੈ, ਤੁਹਾਨੂੰ ਹੋਰ ਮਿਲਣ ਨੂੰ, ਸੁਣਨ ਨੂੰ ਮਿਲੇਗਾ, ਭਾਵ ਹੋਰ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਹੈ, ਸੰਗਤ ਹੈ, ਆਪ ਜੀ ਕੇ ਨਾਲ ਜੁੜ ਜਾਏਗੀ। ਸੋ ਹਜਰਤ ਕੋ ਤੁਮ ਦਿਖਰਾਵੋ। ਤੇ ਆਏ ਹੋਏ ਮੁੱਲਾ ਜੀ ਕਹਿਣ ਲੱਗੇ ਮਹਾਰਾਜ ਬੇਨਤੀ ਹੈ ਕਿ ਇੱਕ ਵਾਰ ਕਰਾਮਾਤ ਬਾਦਸ਼ਾਹ ਨੂੰ ਦਿਖਾ ਦਿਓ, ਕਿਉਂਕਿ ਬਾਦਸ਼ਾਹ ਕਰਾਮਾਤ ਹੀ ਵੇਖਣਾ ਚਾਹੁੰਦਾ ਤੇ ਕਰਾਮਾਤ ਤੇ ਹੀ ਰੀਝਦਾ। ਇਸ ਲਈ ਜੇ ਤੁਹਾਡੇ ਪਾਸ ਅਜ਼ਮਤ ਹੈ, ਤੁਸੀਂ ਗੁਰੂ ਨਾਨਕ ਦੀ ਗੱਦੀ ਤੇ ਬੈਠਦੇ ਹੋ, ਤੁਹਾਡੇ ਅੰਦਰ ਤਾਕਤ ਹੈ, ਤੇ ਕਰਾਮਾਤ ਦਿਖਾ ਦਿਓ, ਇਹਦੇ ਵਿੱਚ ਹਰਜ ਵੀ ਕੀ ਹੈ ਜੀ। ਜਿਮ ਪਾਖੈ ਤਿਮ ਕੀਜੈ ਆਪੂ। ਫਿਰ ਜਿਵੇਂ ਤੁਸੀਂ ਕਹੋਗੇ, ਭਾਵ ਗੁਰੂ ਤੇਗ ਬਹਾਦਰ ਜੀ ਨੂੰ ਮੁੱਲਾ ਜੀ ਕਹਿ ਰਹੇ ਨੇ, ਜਿਵੇਂ ਤੁਸੀਂ ਕਹੋਗੇ ਬਾਦਸ਼ਾਹ ਉਸੇ ਤਰ੍ਹਾਂ ਕਰਨ ਲਈ ਰਾਜੀ ਹੈ, ਤਿਆਰ ਹੈ ਜੀ। ਲਖੈ ਤੁਹਾਰੋ ਬੜ ਪ੍ਰਤਾਪੂ। ਫਿਰ ਬਾਦਸ਼ਾਹ ਨੂੰ ਆਪ ਜੀ ਦਾ ਜਿਹੜਾ ਪ੍ਰਤਾਪ, ਵਡਿਆਈ ਸਮਝ ਆ ਜਾਏਗੀ। ਹੁਣ ਬਾਦਸ਼ਾਹ ਜਿਹੜਾ ਹੈ ਨਾ, ਇੱਥੇ ਦੋਗਲੀ ਨੀਤੀ ਅੰਦਰ ਹੈ, ਕਿਉਂਕਿ ਕਰਾਮਾਤ
ਜੇਕਰ ਬਾਦਸ਼ਾਹ ਵੇਖਦਾ ਤੇ ਫਿਰ ਉਹ ਕਾਇਲ ਹੈ ਕਰਾਮਾਤ ਦਾ, ਉਸ ਨੂੰ ਪਤਾ ਹੈ ਵੀ ਇਹ ਕੋਈ ਵੱਡੇ ਪੀਰ ਨੇ, ਫਿਰ ਇਸ ਕਰਕੇ ਉਹ ਮਹਾਰਾਜ ਜੀਆਂ ਦੇ ਨਾਲ ਧੱਕਾ ਨਹੀਂ ਕਰ ਸਕਦਾ। ਹੁਣ ਜੇ ਕਰਾਮਾਤ ਨਹੀਂ ਵਿਖਾਉਂਦੇ ਫਿਰ ਉਹ ਇਹਨਾਂ ਸਾਰਿਆਂ ਦੀ ਅਗਵਾਈ ਹੇਠ ਮਹਾਰਾਜ ਜੀਆਂ ਨੂੰ ਦੀਨ ਇਸਲਾਮ ਵਿੱਚ ਲਿਆਉਣਾ ਚਾਹੁੰਦਾ, ਤਾਂ ਜੋ ਇੱਕ ਹੀ ਧਰਮ ਇਸ ਸੰਸਾਰ ਤੇ ਰਹੇ। ਸੋ ਇਸ ਕਰਕੇ ਇਸ ਮੁਸੀਬਤ ਦੇ ਸਮੇਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੁਹਾਨੂੰ ਰਿਹਾ ਕਰਵਾਇਆ ਜਾ ਸਕਦਾ ਜੇਕਰ ਆਪ ਬਾਦਸ਼ਾਹ ਦੀ ਬਾਤ ਮੰਨ ਕੇ ਤੇ ਉਹਨਾਂ ਨੂੰ ਇੱਕ ਵਾਰ, ਕੇਵਲ ਇੱਕ ਵਾਰ ਕਰਾਮਾਤ ਦਿਖਾਓ ਜੀ। ਤਬ ਸ੍ਰੀ ਗੁਰੂ ਨਾਨਕ ਕੇ ਰੂਪ। ਤੇ ਹੁਣ ਆਪ ਜਿਸ ਗੱਦੀ ਤੇ ਬੈਠੇ ਹੋ, ਇਹ ਜਿਹੜੀ ਗੱਦੀ ਹੈ 9ਵੇਂ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਮਾਣਿਕ ਗੁਰੂ ਨੇ, ਉਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕੇ ਹੀ ਰੂਪ ਹਨ। ਤੁਮਕੋ ਜਾਣੈ ਵਲੀ ਅਨੂਪ। ਤੇ ਇਸੇ ਤਰ੍ਹਾਂ ਇਸਲਾਮ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਜਗਤ ਗੁਰੂ ਬਾਬਾ ਪੀਰ ਕਹਿ ਕਰਕੇ ਸਲਾਮ ਕਰਦਾ ਸੀ। ਸੋ ਜਿਸ ਵਿਦ ਬਾਦਸ਼ਾਹ ਜਾਂ ਇਸ ਤੋਂ ਪਹਿਲੇ ਬਾਦਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵਲੀ ਮੰਨਦੇ ਨੇ, ਪੀਰ ਮੰਨਦੇ ਨੇ, ਉਸੇ ਤਰ੍ਹਾਂ ਹੀ ਜੇ ਤੁਸੀਂ ਕਰਾਮਾਤ ਦਿਖਾਓਗੇ ਤੇ ਤੁਹਾਨੂੰ ਵੀ ਪੀਰ ਮੰਨਣਗੇ ਜੀ। ਮਾਨੈ ਸਾਹੋ ਦਰਬ ਕੋ ਦਹਿ। ਤੇ ਜੇਕਰ ਕਰਾਮਾਤ ਬਾਦਸ਼ਾਹ ਆਪ ਜੀ ਕੀ ਕਰਾਮਾਤ ਤੋਂ ਪ੍ਰਭਾਵਿਤ ਹੋਇਆ, ਆਪ ਜੀ ਨੇ ਦਿਖਾ ਦਿੱਤੀ ਤੇ ਉਹ ਮੰਨ ਗਿਆ, ਫਿਰ ਸੱਚ ਹੈ ਮੁੱਲਾ ਜੀ ਕਹਿਣ ਲੱਗੇ ਬਹੁਤ ਸਾਰਾ ਧਨ ਵੀ ਇਨਾਮ ਵਿੱਚ ਤੁਹਾਨੂੰ ਦੇ ਸਕਦੇ ਹਨ। ਸਭ ਤੇ ਬੜ ਸਨਮਾਨ ਬਦਹਿ। ਤੇ ਕਰਾਮਾਤ ਵਿਖਾ ਕਰਕੇ ਤੁਹਾਡਾ ਸਨਮਾਨ ਵੀ ਬਹੁਤ ਵੱਧ ਜਾਏਗਾ। ਜਿਵੇਂ ਰਾਮ ਰਾਏ ਨੇ ਕਰਾਮਾਤਾਂ ਦਿਖਾਈਆਂ ਤੇ ਰਾਮ ਰਾਏ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਹਰ ਵਕਤ ਆਪਣੀ ਆਸਨ ਦੇ ਨਾਲ ਆਸਨ ਲਾ ਕੇ ਦਿੱਤਾ। ਜਿੱਥੇ ਉਹਦਾ ਤਖਤ ਹੁੰਦਾ ਸੀ ਨਾ ਸਭਾ ਦੇ ਵਿੱਚ, ਉਹਦੇ ਨਾਲ ਹੀ ਇਤਿਹਾਸ ਕਹਿੰਦਾ ਦੂਜਾ ਤਖਤ ਜਿਹੜਾ ਨਾਲ ਥੋੜਾ ਜਿਹਾ ਉਹਦੇ ਤੋਂ ਨੀਵਾਂ, ਉਹ ਰਾਮ ਰਾਏ ਦਾ ਹੁੰਦਾ ਸੀ। ਫਿਰ ਉਹਦੀ ਸਭਾ ਲੱਗਦੀ ਸੀ, ਰਾਮ ਰਾਏ ਆਉਂਦਾ ਸੀ, ਕਿਉਂਕਿ ਉਹ ਕਰਾਮਾਤ ਤੋਂ ਕਾਇਲ ਹੋ ਗਿਆ ਸੀ। ਇਸੇ ਤਰ੍ਹਾਂ ਜੇ ਹੁਣ ਆਪ ਕਰਾਮਾਤ ਦਿਖਾਉਂਦੇ ਹੋ ਨਾ, ਤੇ ਬਾਦਸ਼ਾਹ ਬਹੁਤ ਵੱਡਾ ਸਨਮਾਨ, ਬਹੁਤ ਵੱਡੀ ਪਦਵੀ, ਬਹੁਤ ਧਨ ਆਦਿ ਕੇ ਸਭ ਕੁਝ ਬਾਦਸ਼ਾਹ ਪਾਸ ਬਹੁਤ ਹੈ, ਉਹ ਤੁਹਾਨੂੰ ਬਹੁਤ ਦੇਵੇਗਾ। ਰਾਮ ਰਾਏ ਜਿਮ ਰਸ ਹੈ ਰਾਖਾ। ਤੇ ਨਾਲ ਹੀ ਮੁੱਲਾ ਜੀ ਕਹਿਣ ਲੱਗੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਆਪ ਜੀਆਂ ਨੂੰ ਤੇ ਕੁਝ ਕਹਿਣ ਦੀ ਲੋੜ ਵੀ ਨਹੀਂ ਹੈ, ਕਿਉਂਕਿ ਆਪ ਜਾਣਦੇ ਹੋ ਆਪ ਜੀ ਕੇ ਪਰਿਵਾਰ ਅੰਦਰੋਂ ਹੀ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਕੇ ਸੁਪੁੱਤਰ, ਵੱਡੇ ਸੁਪੁੱਤਰ ਰਾਮ ਰਾਏ ਕਿੰਨੇ ਅਦਬ ਨਾਲ ਬਾਦਸ਼ਾਹ ਨੇ ਆਪਣੇ ਪਾਸ ਰੱਖਿਆ। ਬਿਲਕੁਲ ਰੱਖਿਆ, ਇਹਦੇ 'ਚ ਕੋਈ ਦੋਰਾਵਾ ਨਹੀਂ, ਇਤਿਹਾਸ ਦਾ ਹਵਾਲਾ ਹੈ। ਬਾਦਸ਼ਾਹ ਨੇ ਆਪਣੇ ਪਾਸ ਬੜੇ ਅਦਬ ਸਹਿਤ ਰੱਖਿਆ। 72 ਕਰਾਮਾਤਾਂ ਉਹਦੇ ਤੋਂ ਵੇਖੀਆਂ। ਅਖੀਰ ਤੇ ਉਹਨੂੰ ਇੱਕ ਦੂਨ ਦਾ ਇਲਾਕਾ ਦੇ ਕਰਕੇ, ਦੇਵਰਾ ਆਦਿਕ ਬਣਵਾ ਕਰਕੇ ਉਹਦਾ ਸਭ ਕੁਝ ਕਾਇਮ ਕਰਵਾਇਆ। ਲੇਕਿਨ ਗੁਰਮਤਿ ਵਿੱਚ ਪੂਰਾ ਨਹੀਂ ਉਤਰਿਆ। ਗੁਰੂ ਹਰਿਰਾਏ ਸਾਹਿਬ ਜੀ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ, ਕਹਿ ਦਿੱਤਾ ਸੀ ਕਿ ਬੇਟਾ ਹੁਣ ਸਾਡੇ ਮੱਥੇ ਨਹੀਂ ਲੱਗਣਾ, ਤੁਸੀਂ ਗੁਰੂ ਨਾਨਕ ਜੀ ਦੇ ਹੁਕਮ ਦੀ ਅਦੁੱਲੀ ਕੀਤੀ ਹੈ, ਤੁਸੀਂ ਗੁਰਮਤਿ ਦੇ ਉਲਟ ਵਰਤੇ ਹੋ। ਸੋ ਇਸ ਵਿਦ ਮੁੱਲਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹਿੰਦੇ ਹਨ ਵੀ ਆਪ ਜੀ ਕੇ ਹੀ ਸੁਪੁੱਤਰਾਂ ਵਿੱਚੋਂ ਨੇ ਬਾਬਾ ਰਾਮ ਰਾਏ ਜੀ। ਸੋ ਜਿਸ ਵਿਦ ਉਹਨਾਂ ਨੂੰ ਰੱਖਿਆ ਗਿਆ, ਕਿਉਂਕਿ ਰਾਮ ਰਾਏ ਜੇਕਰ ਅਸੀਂ ਵੇਖਾਂਗੇ ਨਾ, ਰਾਮ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪੋਤਰਿਆਂ ਵਿੱਚੋਂ ਸਾਨੂੰ ਲੱਭਣਗੇ ਪਰਿਵਾਰਕ ਰਿਸ਼ਤੇ 'ਚ। ਸੋ ਇਸ ਵਿਦ ਉਹਨਾਂ ਨੂੰ ਬੜੇ ਅਦਬ ਸਹਿਤ ਹੁਣ ਤੱਕ ਬਾਦਸ਼ਾਹ ਨੇ ਸੰਭਾਲ ਕੇ ਰੱਖਿਆ ਹੈ ਜੀ। ਕਰਤ ਸੋ ਰਿਓ ਸਾਉ ਜਿਮ ਪਾਖਾ। ਜਿਵੇਂ ਬਾਦਸ਼ਾਹ ਕਹਿੰਦਾ ਸੀ ਉਸ ਵਿਦ ਰਾਮ ਰਾਏ ਜੀ ਕਰਦੇ ਸਨ, ਤੇ ਜਿਵੇਂ ਰਾਮ ਰਾਏ ਜੀ ਨੂੰ ਭਾਉਂਦਾ ਸੀ ਉਹ ਕਰਾਮਾਤ ਵਿਖਾਉਂਦੇ ਸਨ ਤੇ ਬਾਦਸ਼ਾਹ ਪ੍ਰਸੰਨ ਹੁੰਦਾ ਸੀ। ਪਾਤਸ਼ਾਹ ਸੋ ਤਿਸ ਬਣ ਆਈ। ਇਸ ਵਿਦ ਨਾ ਰਾਮ ਰਾਏ ਜੀ ਦੀ ਤੇ ਬਾਦਸ਼ਾਹ ਦੀ ਆਪਸ ਵਿੱਚ ਬਣ ਗਈ, ਚੰਗੀ ਬਣ ਗਈ। ਤੇ ਬੜਾ ਲੰਬਾ ਸਮਾਂ ਉਹ ਕਰਾਮਾਤਾਂ ਵੇਖਣਾ ਚਾਹੁੰਦੇ ਸਨ, ਉਹ ਵਿਖਾ ਦਿੰਦੇ ਸਨ। ਬਸ ਜੋੜ ਮੇਲ ਜਿਹੜਾ ਇਸ ਵਿਦ ਬਣਿਆ ਰਿਹਾ ਹੈ। ਸਰਬੋ ਰੀਤ ਕੀ ਲਹੀ ਵਡਾਈ। ਪਰੰਤੂ ਰਾਮ ਰਾਏ ਨੇ ਕਰਾਮਾਤਾਂ ਦਿਖਾ ਕਰਕੇ ਬਾਦਸ਼ਾਹ ਦੇ ਘਰੋਂ ਸਰਕਾਰੇ ਦਰਬਾਰੇ ਤੋਂ ਬਹੁਤ ਵਡਿਆਈ, ਬੜਾ ਵੱਡਾ ਰੁਤਬਾ ਨਾਮਣਾ ਹਾਸਲ ਪਾਇਆ ਹੈ। ਤਥਾ ਤੁਮਾਰੋ ਆਦਰ ਹੋਏ। ਤੇ ਹੁਣ ਮੁੱਲਾ ਜੀ ਕਹਿਣ ਲੱਗੇ ਬਾਦਸ਼ਾਹ ਤੁਹਾਡੇ ਤੋਂ ਕਰਾਮਾਤ ਵੇਖਣਾ ਚਾਹੁੰਦੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਓ। ਜੇ ਕਿਧਰੇ ਆਪ ਕਰਾਮਾਤ ਦਿਖਾਉਂਦੇ ਹੋ ਤੇ ਬਾਦਸ਼ਾਹ ਰਾਮ ਰਾਏ ਵਤ ਹੀ ਆਪ ਜੀਓ का भी सम्मान ਕਰਨਗੇ, ਆਪ ਜੀ का भी ਆਦਰ ਬਹੁਤ ਹੋਵੇਗਾ। ਮਾਨੈ ਸਾਹੋ ਨਿਮੈ ਸਭ ਕੋਏ। ਕਿਉਂਕਿ ਇਸ ਵਕਤ ਬਾਦਸ਼ਾਹ ਸਾਰੇ ਰਾਜ ਦੇ ਮੁਖੀ ਹਨ, ਬਾਦਸ਼ਾਹ ਔਰੰਗਜ਼ੇਬ।
ਤੇ ਉਹਨਾਂ ਅੱਗੇ ਹਰ ਕੋਈ ਝੁਕਦਾ ਹੈ, ਹਰ ਕੋਈ ਉਹਨਾਂ ਨੂੰ ਸਲਾਮ ਕਰਦਾ ਹੈ ਜੀ। ਜੇ ਅਜਮਤ ਕੋ ਧਾਰਤ ਨਾਹੀ, ਤੇ ਜੇਕਰ ਆਪ ਅਜਮਤ ਨਹੀਂ ਵਿਖਾਉਣਾ ਚਾਹੁੰਦੇ, ਜੇਕਰ ਆਪ ਜੀ ਦਾ ਦਿਲ ਨਹੀਂ ਮੰਨਦਾ ਵੀ ਅਸੀਂ ਕੋਈ ਕਰਾਮਾਤ ਨਹੀਂ ਵਿਖਾਉਣੀ, ਸਹਿਜ ਰੂਪ ਵਿੱਚ ਜਿਵੇਂ ਪਿਛਲੇ ਕਿਤਨੇ ਸਮੇਂ ਤੋਂ ਇੱਥੇ ਕਾਰਗ੍ਰਹਿ ਦੇ ਅੰਦਰ ਜੇਲ੍ਹ ਵਿੱਚ ਬੈਠੇ ਹੋ, ਸੋ ਜੇ ਕੋਈ ਕਰਾਮਾਤ ਨਹੀਂ ਦਿਖਾਉਣੀ ਹੈ ਤੇ ਆਵੋ ਆਪ ਸਰਾਕੇ ਮਾਹੀ। ਫਿਰ ਦੂਸਰਾ ਰਸਤਾ ਇਹ ਹੈ ਵੀ ਆਪ ਆਪਣਾ ਧਰਮ ਜਿਹੜਾ ਹੈ ਉਸ ਨੂੰ ਤਬਦੀਲ ਕਰ ਲਓ। ਇਸ ਮਤ ਨੂੰ ਤਿਆਗ ਕਰਕੇ ਬਾਦਸ਼ਾਹ ਦੇ ਹੁਕਮ ਅਨੁਸਾਰ ਦੀਨੇ ਇਸਲਾਮੀ ਸ਼ਰ੍ਹਾ ਕਲਮਾ ਪੜ੍ਹ ਲਓ, ਰੋਜ਼ੇ ਰੱਖਣੇ ਸ਼ੁਰੂ ਕਰ ਦਿਓ, 5 ਵਕਤ ਦੇ ਨਮਾਜ਼ੀ ਹੋ ਜਾਓ, ਭਾਵ ਆਪਣਾ ਜਿਹੜਾ ਮਜ਼ਹਬ ਹੈ, ਦੀਨ ਹੈ, ਧਰਮ ਹੈ, ਇਸ ਨੂੰ ਤਬਦੀਲ ਕਰ ਲਵੋ, ਭਾਵ ਇਸਲਾਮੀ ਮੁਸਲਮਾਨ ਹੋ ਜਾਓ ਜੀ। ਦਰਬ ਗ੍ਰਾਮ ਤੇ ਆਦ ਪਦਾਰਥ, ਤੇ ਜੇਕਰ ਆਪ ਦੂਸਰੀ ਸ਼ਰਤ ਨੂੰ ਪ੍ਰਵਾਨ ਕਰਦੇ ਹੋ, ਭਾਵ ਅਜਮਤ ਨਹੀਂ ਦਿਖਾਉਣੀ ਤੇ ਧਰਮ ਤਬਦੀਲ ਕਰੋ, ਤੇ ਜੇਕਰ ਆਪ ਦੂਸਰੀ ਸ਼ਰਤ ਧਰਮ ਤਬਦੀਲ ਕਰਨ ਵਾਲੀ ਬਾਤ ਨੂੰ ਮੰਨ ਲੈਂਦੇ ਹੋ ਤਾਂ ਵੀ ਬਾਦਸ਼ਾਹ ਇਨਾਮ ਦੇਣ ਲਈ ਤਿਆਰ ਹੈ, ਬਹੁਤ ਧਨ ਦੇਵੇਗਾ। ਪਿੰਡਾਂ ਦੇ ਪਿੰਡ ਤੁਹਾਨੂੰ ਜਗੀਰ ਵਿੱਚ ਇਨਾਮ ਵਜੋਂ ਦਿੱਤੇ ਜਾਣਗੇ, ਹੋਰ ਬਹੁਤ ਕੁਝ ਬਾਦਸ਼ਾਹੀ ਸਰਕਾਰੀ ਖਜ਼ਾਨੇ ਵਿੱਚੋਂ ਇਨਾਮ ਵਜੋਂ ਆਪ ਜੀਆਂ ਨੂੰ ਮਿਲੇਗਾ ਜੀ। ਕਹਿ ਕਰ ਪੁਰਵੋ ਆਪਣੋ ਸਵਾਰਥ, ਤੇ ਮੁੱਲਾ ਜੀ ਮਹਾਰਾਜ ਜੀ ਕੋ ਕਹਿ ਰਹੇ ਹਨ, ਹਾਲਾਂਕਿ ਗੁਰੂ ਤੇਗ ਬਹਾਦਰ ਜੀ ਕੇਵਲ ਸੁਣ ਰਹੇ ਨੇ, ਅਜੇ ਕੁਝ ਬੋਲੇ ਨਹੀਂ। ਮੁੱਲਾ ਜੀ ਕਹਿ ਰਹੇ ਹਨ ਵੀ ਆਪਣਾ ਸਵਾਰਥ ਪੂਰਾ ਕਰੋ, ਕਿਉਂ ਐਵੇਂ ਵਿਰਤ ਦੀ ਲੜਾਈ ਵਿੱਚ ਆਪਣਾ ਆਪ ਗਵਾ ਰਹੇ ਹੋ। ਆਪ ਬਾਦਸ਼ਾਹ ਕੱਲ ਨੂੰ ਤੁਹਾਨੂੰ ਕਤਲ ਵੀ ਕਰ ਸਕਦਾ, ਹੋਰ ਵੀ ਬਹੁਤ ਸਜ਼ਾ ਦੇ ਸਕਦਾ, ਇਸੇ ਤਰ੍ਹਾਂ ਆਜੀਵਨ ਇਸ ਕਾਰਾਵਾਸ ਵਿੱਚ ਵੀ ਰੱਖ ਸਕਦਾ। ਇਸ ਲਈ ਤੁਸੀਂ ਆਪਣਾ ਫਾਇਦਾ ਵੇਖੋ ਵੀ ਤੁਸੀਂ ਛੁੱਟ ਕਿਵੇਂ ਸਕਦੇ ਹੋ, ਤੇ ਜਿਹਦੇ ਵਿੱਚ ਤੁਹਾਡਾ ਫਾਇਦਾ ਹੈ ਉਹ ਸ਼ਰਤ ਮੰਨੋ। ਇਸ ਜੇਲ੍ਹ ਚੋਂ ਬਾਹਰ ਆ ਜਾਓ, ਬਾਦਸ਼ਾਹ ਨਾਲ ਹੱਥ ਮਿਲਾਓ, ਬਾਦਸ਼ਾਹ ਦੀ ਬਾਤ ਮੰਨੋ, ਬਾਦਸ਼ਾਹ ਤੁਹਾਡੇ ਤੇ ਰਾਜੀ, ਤੁਸੀਂ ਬਾਦਸ਼ਾਹ ਦੇ ਕਹੇ ਅਨੁਸਾਰ ਜੀਵਨ ਦਾ ਆਨੰਦ ਲਓਗੇ। ਇਸ ਵਿਧ ਨਾ ਬਾਦਸ਼ਾਹ ਦਾ ਭੇਜਿਆ ਹੋਇਆ ਐਲਕਾਰ ਮੁੱਲਾ ਜਿਹੜਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਕੋ ਇਹ ਬਾਤ ਕਹਿ ਰਿਹਾ ਹੈ ਜੀ। ਸਭਨ ਸਿੰਘ ਹੋਵੋ ਇੱਕ ਰੰਗ, ਸਭਨ ਸਿੰਘ ਭਾਵ ਆਪ ਜਿਤਨੇ ਵੀ ਹੋ, ਕਿਉਂਕਿ ਕੁਝ ਸਿੱਖ ਵੀ ਮਹਾਰਾਜ ਜੀ ਕੇ ਸਾਥ ਦਿੱਲੀ ਗ੍ਰਿਫਤਾਰ ਕੀਤੇ ਹੋਏ ਹਨ, ਸੋ ਸਾਰੇ ਤੇ ਇਕੱਲੇ ਇਹ ਨਹੀਂ, ਸਮੁੱਚੇ ਦੇਸ਼ ਅੰਦਰ ਹੀ ਜਿੱਥੇ ਜਿੱਥੇ ਵੀ ਫਿਰ ਨਾਨਕ ਨਾਮ ਲੈਵਾ ਸਿੱਖ ਹਨ ਜਾਂ ਸਨਾਤਨੀ ਹਿੰਦੂ ਹਨ, ਸਾਰੇ ਇੱਕ ਰੰਗ ਮੁਸਲਮਾਨ ਇਸਲਾਮ ਧਰਮ ਵਿੱਚ ਆ ਜਾਓ ਜੀ। ਦੇ ਮਰਤਬਾ ਤੁਮੈ ਉਤੰਗ, ਜੇਕਰ ਆਪ ਇਸ ਵਿਧ ਕਰਦੇ ਹੋ ਤੇ ਬਾਦਸ਼ਾਹ ਪ੍ਰਸੰਨ ਹੋ ਕਰਕੇ ਬਹੁਤ ਵੱਡਾ ਮਰਤਬਾ, ਵੱਡੇ ਰੁਤਬੇ ਆਪ ਜੀਓ ਕੋ ਬਖਸ਼ੇਗਾ। ਦੋਨੋਂ ਮੈਂ ਇੱਕ ਲੀਜੈ ਮਾਨ, ਤੇ ਮੁੱਲਾ ਜੀ ਨੇ ਅਖੀਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਨਮੁਖ ਦੋਨੋਂ ਬਾਤਾਂ ਕਹਿ ਦਿੱਤੀਆਂ, ਤੇ ਨਾਲ ਇਹ ਵੀ ਕਹਿ ਦਿੱਤਾ ਹੈ ਵੀ ਇਹਦੇ ਚੋਂ ਇੱਕ ਬਾਤ ਤੁਹਾਡੇ ਲਈ ਮੰਨਣੀ ਅਤ ਲਾਜ਼ਮੀ ਹੈ, ਜੇਕਰ ਇਸ ਸਥਾਨ ਤੋਂ, ਇਸ ਕੈਦ ਤੋਂ ਰਿਹਾ ਹੋਣਾ ਹੈ। ਮੁਸ਼ਕਲ ਸਕਲੀ ਬਨੈ ਆਸਾਨ, ਕਿਉਂਕਿ ਇਸ ਮੁਸ਼ਕਲ ਦੇ ਵਿੱਚ ਤੁਹਾਡੇ ਪਾਸ ਕੇਵਲ ਇੱਕ ਹੀ ਤਰੀਕਾ ਹੈ। ਇਸ ਮੁਸ਼ਕਲ ਤੋਂ ਤੁਸੀਂ ਤਾਂ ਹੀ ਨਿਕਲ ਸਕਦੇ ਹੋ ਜੇ ਇਹਨਾਂ ਦੋਨਾਂ ਚੋਂ ਇੱਕ ਬਾਤ ਆਪ ਪ੍ਰਵਾਨ ਕਰਦੇ ਹੋ। ਮਾਲਕ ਮੁਲਖਨ ਬਲੀ ਬਿਲੰਦ, ਸਾਡੇ ਜਿਹੜੇ ਬਾਦਸ਼ਾਹ ਔਰੰਗਜ਼ੇਬ ਹਨ ਬੜੀ ਤਾਕਤ ਦੇ ਮਾਲਕ ਹਨ, ਮੁਲਕਾਂ ਦੇ ਮਾਲਕ ਹਨ, ਵੱਡੇ ਰਾਜ ਵਾਲੇ ਹਨ, ਜਿਨ੍ਹਾਂ ਦੇ ਪੂਰੇ ਹਿੰਦੁਸਤਾਨ ਦੇਸ਼ ਕੀ ਦੂਰ ਰਾਜਾਂ ਤੱਕ ਵੀ ਇਸਲਾਮ ਦੇ ਜਿਨ੍ਹਾਂ ਦੇ ਰਾਜ ਦੇ ਝੰਡੇ ਝੂਲਦੇ ਹਨ। ਕਹਿ ਸੋ ਮਾਨੋ ਰਹੋ ਆਨੰਦ, ਤੇ ਜੇਕਰ ਆਪ ਉਹਨਾਂ ਦੀ ਕਈ ਬਾਤ ਮੰਨਦੇ ਹੋ ਤੇ ਫਿਰ ਆਨੰਦ ਵਿੱਚ, ਸੁੱਖ ਵਿੱਚ ਰਹੋਗੇ ਜੀ। ਸੁਨਤ ਮੁਲਾਨੇ ਤੇ ਬਚਿਅਸੇ, ਫਿਰ ਜਿਸ ਵਕਤ ਆਏ ਹੋਏ ਮੁਲਾਣੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਕੋ ਇਹ ਬਾਤਾਂ ਕਹੀਆਂ, ਮਹਾਰਾਜ ਨੇ ਇਹ ਵਚਨ ਸੁਣੇ ਹਨ। ਸ੍ਰੀ ਗੁਰੂ ਤੇਗ ਬਹਾਦਰ ਹਸੇ, ਮਹਾਰਾਜ ਸੱਚੇ ਪਾਤਸ਼ਾਹ ਉਸ ਦੀਆਂ ਇਹ ਬਾਤਾਂ ਸੁਣ ਕਰਕੇ ਫਿਰ ਹੱਸ ਪਏ ਸਨ, ਮੁਸਕਰਾ ਕਰਕੇ ਇਉਂ ਵਾਪਸ ਮੋੜਵਾਂ ਜਿਹੜਾ ਬਾਤ ਦਾ ਜਵਾਬ ਹੈ ਉਹ ਦੇ ਰਹੇ ਹਨ। ਤੁਮੈ ਸਲਤਨਤ ਦਈ ਖੁਦਾਏ, ਮਹਾਰਾਜ ਕਹਿਣ ਲੱਗੇ ਕਿਸ ਨੂੰ ਬਾਦਸ਼ਾਹ ਕਹਿੰਦੇ ਹੋ, ਭਾਵ ਅਰਥ ਬਾਦਸ਼ਾਹ ਜਾਂ ਇਉਂ ਕਹਿ ਲਈਏ ਵੀ ਬਾਦਸ਼ਾਹ ਦੇ ਅਰਥ ਕੀ ਨੇ। ਜਿਹੜਾ ਤੁਸੀਂ ਕਹਿ ਰਹੇ ਹੋ ਵੀ ਸਾਡੇ ਬਾਦਸ਼ਾਹ ਦੇ ਦੂਰ ਦੂਰ ਦੇਸ਼ਾਂ ਦੇ ਵਿੱਚ ਤੱਕ ਨਾਮ ਦੇ ਝੰਡੇ ਝੂਲਦੇ ਹਨ, ਬਾਦਸ਼ਾਹ ਕਿਹੜਾ ਬਾਦਸ਼ਾਹ ਹੈ, ਬਾਦਸ਼ਾਹ ਕਿਸ ਨੂੰ ਸਮਝਦੇ ਹੋ ਤੁਸੀਂ। ਤੁਮੈ ਸਲਤਨਤ ਦਈ ਖੁਦਾਏ, ਇਹ ਜਿਸ ਤਖਤ ਤੇ ਤੁਹਾਡਾ ਬਾਦਸ਼ਾਹ ਔਰੰਗਜ਼ੇਬ ਬੈਠਾ ਹੈ ਨਾ, ਸੱਚਮੁੱਚ ਇਹਦਾ ਆਪਣਾ ਨਹੀਂ ਹੈ, ਨਾ ਹੀ ਇਹਨੇ ਆਪ ਕਿਤੋਂ ਫਤਿਹ ਕਰਕੇ ਲਿਆ। ਇਹ ਤੇ ਉਸ ਖੁਦਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਕਹਿ ਲਈਏ, ਅੱਲਾਹ ਤਾਲਾ ਦੀ ਮਿਹਰ ਹੈ, ਜਿਸ ਨੇ ਕਿਰਪਾ ਕਰਕੇ ਇਸ ਨੂੰ ਇਸ ਤਖਤ ਯੋਗ ਬਣਾ ਕੇ ਉੱਪਰ ਬਿਠਾ ਦਿੱਤਾ।
ਇਹ ਤੇ ਸਲਤਨਤ ਸਾਰੀ ਉਸ ਖੁਦਾ ਦੀ ਬਖਸ਼ੀ ਹੋਈ ਹੈ। ਖਲਕ ਅਦਲ ਹਿਤ ਤਖਤ ਬਿਠਾਏ। ਤੇ ਜਦੋਂ ਉਹ ਖੁਦਾ ਕਿਸੇ ਨੂੰ ਵੀ ਕਿਸੇ ਵੱਡੇ ਤਖਤ ਤੇ ਬਾਦਸ਼ਾਹ ਬਣਾ ਕਰਕੇ ਬਿਠਾਉਂਦਾ ਹੈ, ਉਹਦੇ ਕੁਝ ਕਾਰਨ ਹੁੰਦੇ ਨੇ। ਕੀ ਕਾਰਨ ਹੁੰਦੇ ਨੇ? ਭਾਈ ਸਾਹਿਬ ਜੀ ਨੇ ਅੱਗੇ ਬਚਨ ਲਿਖੇ ਨੇ, ਖਲਕ ਅਦਲ ਤੇ ਤਖਤ ਬਿਠਾਏ। ਖਲਕ ਦਾ ਭਾਵ ਹੁੰਦਾ ਲੋਕਾਈ, ਦੁਨੀਆ। ਅਦਲ ਇਨਸਾਫ ਕਰਨਾ, ਕਿਸੇ ਵੀ ਦੁਖੀ ਦੀ ਪੀੜ ਨੂੰ ਹਰਨਾ, ਉਹਦੇ ਲਈ ਇਨਸਾਫ ਦੀ ਨੀਤੀ ਅਪਣਾਉਣੀ। ਤਖਤ ਦੇ ਉੱਪਰ ਬਾਦਸ਼ਾਹ ਇਸੇ ਕਰਕੇ ਬੈਠਦੇ ਨੇ ਵੀ ਉਹ ਆਪਣੀ ਪ੍ਰਜਾ ਨਾਲ, ਆਪਣੇ ਦੇਸ਼ ਦੀ ਲੋਕਾਈ ਦੇ ਨਾਲ ਇਨਸਾਫ ਕਰ ਸਕਣ। ਮਹਾਰਾਜ ਨੇ ਨਾ ਇਹ ਸਿਧਾਂਤ ਆਪਣੀ ਅੰਮ੍ਰਿਤ ਬਾਣੀ ਵਿੱਚ ਵੀ ਲਿਖ ਦਿੱਤੇ ਨੇ, ਤਖਤ ਰਾਜਾ ਸੋਭ ਹੈ ਜੋ ਤਖਤੈ ਲਾਇਕ ਹੋਈ। ਤਖਤ ਦੇ ਉੱਪਰ ਉਹੀ ਬੈਠ ਸਕਦਾ ਜਿਹਦੇ ਅੰਦਰ ਇਹ ਮਹਾਨ ਗੁਣ ਹੋਣ, ਜਿਹਦੇ ਅੰਦਰ ਇਹ ਇਨਸਾਫ ਕਰਨ ਦੀ ਬਿਰਤੀ ਹੋਵੇ। ਮਹਾਰਾਜ ਕਹਿਣ ਲੱਗੇ ਤਖਤ ਮਿਲਿਆ ਜ਼ਰੂਰ ਹੈ, ਇਹ ਪਹਿਲੀ ਗੱਲ ਤਾਂ ਤਖਤ ਬਾਦਸ਼ਾਹ ਔਰੰਗਜ਼ੇਬ ਦਾ ਨਹੀਂ, ਇਹ ਖੁਦਾ ਦਾ। ਉਹਨੇ ਤਰੁੱਠ ਕੇ ਇਹਨੂੰ ਇਹਦੇ ਉੱਪਰ ਬਿਠਾਇਆ। ਤੇ ਦੂਜਾ, ਇਸ ਤਖਤ ਤੇ ਬਿਠਾਉਣ ਦਾ ਮਕਸਦ ਇਹ ਹੈ ਵੀ ਉਹ ਇਸ ਤਖਤ ਤੇ ਬਹਿ ਕਰਕੇ ਆਪਣੀ ਪ੍ਰਜਾ ਨਾਲ, ਇਸ ਦੇਸ਼ ਦੀ ਲੋਕਾਈ ਨਾਲ ਅਦਲ ਕਰੇ, ਭਾਵ ਇਨਸਾਫ ਕਰੇ ਜੀ। ਜੋ ਤੁਮ ਕਰਹੁ ਖਲਕਤ ਅਦਲ। ਜੋ ਤੁਮ ਭਾਵ ਜੇਕਰ ਏਦਾਂ ਬਾਦਸ਼ਾਹੀਅਤ ਲੈ ਕਰਕੇ ਤੁਹਾਡੇ ਵਰਗੇ ਤਖਤਾਂ ਦੇ ਉੱਪਰ ਬੈਠ ਕਰਕੇ ਆਪਣੀ ਪ੍ਰਜਾ ਨਾਲ, ਆਪਣੀ ਦੇਸ਼ ਦੀ ਲੋਕਾਈ ਦੇ ਨਾਲ ਅਦਲ ਭਾਵ ਇਨਸਾਫ ਕਰਦੇ ਹਨ, ਪਾਹੋਗੇ ਖੁਦਾਏ ਤੇ ਫਜ਼ਲ। ਫਿਰ ਹੋਵੇਗਾ ਕਿ ਇਸ ਅਦਲ ਦਾ ਫਲ ਜਿਹੜਾ ਹੈ, ਪਾਵੋਗੇ ਖੁਦਾਏ ਤੇ ਫਜ਼ਲ। ਫਜ਼ਲ ਦੇ ਵੈਸੇ ਅੱਖਰੀ ਅਰਥ ਹੁੰਦੇ ਨੇ ਮਿਹਰ, ਪਰ ਅਰਬੀ ਦਾ ਇਹ ਜਿਹੜਾ ਅੱਖਰ ਅਰਥ ਹੈ, ਸ਼ਬਦ ਹੈ, ਇਹਦੇ ਜਿਹੜੇ ਅੱਖਰੀ ਅਰਥ ਨੇ ਮਿਹਰ। ਜੇਕਰ ਆਪ ਇਸ ਤਖਤ ਤੇ ਬੈਠ ਕਰਕੇ ਬਾਦਸ਼ਾਹ ਸਹਿਤ ਮੁਲਾਣਾ, ਕਿਉਂਕਿ ਉਹਦਾ ਨਿੱਜੀ ਸਲਾਹਕਾਰੀ ਹੈ, ਜੇਕਰ ਪਰਮਾਤਮਾ ਦੇ ਦਿੱਤੇ ਹੋਏ ਇਸ ਤਖਤ ਤੇ ਬੈਠ ਕਰਕੇ ਤੁਸੀਂ ਇਸ ਲੋਕਾਈ ਨਾਲ, ਆਪਣੀ ਪ੍ਰਜਾ ਨਾਲ ਅਦਲ ਕਰਦੇ ਹੋ, ਇਨਸਾਫ ਕਰਦੇ ਹੋ, ਤੇ ਨਿਸ਼ਚੈ ਹੀ ਫਿਰ ਇੱਕ ਦਿਨ ਉਸ ਪ੍ਰਮਾਤਮਾ ਦੇ ਘਰ ਵਿੱਚ ਤੁਸੀਂ ਮਿਹਰਾਮਤ ਪ੍ਰਾਪਤ ਕਰੋਗੇ। ਹੋਏ ਬੇਅਦਲੀ ਤੋਂ ਪਛਤਾਵੋ। ਤੇ ਜੇਕਰ ਆਪ ਅਦਲ ਨਹੀਂ ਕਰ ਸਕਦੇ, ਭਾਵ ਇਨਸਾਫ ਨਹੀਂ ਕਰ ਸਕਦੇ, ਜਿਵੇਂ ਹੋਏ ਬੇਅਦਲੀ, ਕਿਉਂਕਿ ਤਖਤਾਂ ਤੇ ਬਹਿ ਕਰਕੇ ਅਕਸਰ ਬਾਦਸ਼ਾਹ ਲੋਕ ਕੀ ਕਰਿਆ ਕਰਦੇ ਨੇ। ਮਹਾਰਾਜ ਨੇ ਨਾ ਇਸ ਸੰਬੰਧ ਵਿੱਚ ਆਪਣੀ ਅੰਮ੍ਰਿਤ ਬਾਣੀ ਵਿੱਚ ਵੀ ਬਹੁਤ ਸਾਰੀਆਂ ਸਿੱਖਿਆਵਾਂ ਮਹਾਰਾਜ ਨੇ ਦਿੱਤੀਆਂ ਨੇ। ਜਦੋਂ ਕਿਤੇ ਰਾਜੇ ਪਾਪ ਕਮਾਉਂਦੇ ਸਨ ਨਾ, ਭਾਈ ਗੁਰਦਾਸ ਸਾਹਿਬ ਜੀਆਂ ਨੇ ਆਪਣੀ ਬਾਣੀ ਵਿੱਚ ਵੀ ਇਹ ਸਭ ਕੁਝ ਲਿਖ ਦਿੱਤਾ। ਮਹਾਰਾਜ ਨੇ ਖਾਸ ਕਰਕੇ ਉਹਨਾਂ ਸਮਿਆਂ ਦੇ ਰਾਜਿਆਂ ਨੂੰ ਸਨਮੁਖ ਰੱਖ ਕੇ ਬਾਣੀ ਵਿੱਚ ਚੋਟਾਂ ਕੀਤੀਆਂ ਵੀ ਆਹ ਰਾਜਿਆਂ ਦੇ ਸਿਧਾਂਤ ਨੇ, ਆਹ ਰਾਜਿਆਂ ਦੇ ਨੇਮ ਨੇ, ਆਹ ਰਾਜੇ ਹੁੰਦੇ ਨੇ। ਰਾਜੇ ਸਿਹੀ ਮੁਕੱਦਮ ਕੁੱਤੇ, ਜਾਏ ਜੇ ਗਾਇਨ ਬੈਠੇ ਸੁੱਤੇ, ਚਾਕਰ ਨਿਹਦਾ ਪਾਇਨ ਘਾਉ, ਰੱਤ ਪਿੱਤ ਕੁੱਤਿਓ ਚੱਟ ਜਾਓ। ਆਹ ਰਾਜੇ ਹੁੰਦੇ ਨੇ ਜਿਨ੍ਹਾਂ ਕੋਲ ਇਨਸਾਫ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ, ਜਿਹੜੇ ਆਪਣੀ ਪ੍ਰਜਾ ਨੂੰ ਮਾਰਨ ਤੇ ਤੁੱਲੇ ਹੋਏ ਹਨ। ਤੇ ਸੱਚਮੁੱਚ ਜਿਹੜੇ ਰਾਜੇ ਆਪਣੀ ਪ੍ਰਜਾ ਨਾਲ ਇਨਸਾਫ ਨਹੀਂ ਕਰ ਸਕਦੇ, ਜਿਹੜੇ ਰਾਜੇ ਆਪਣੀ ਪ੍ਰਜਾ ਦੀ ਪੀੜ ਨਹੀਂ ਦੇਖ ਸਕਦੇ, ਮਹਾਰਾਜ ਕਹਿਣ ਲੱਗੇ ਫਿਰ ਇਸ ਬੇਅਦਲੀ ਦਾ ਫਲ ਜਿਹੜਾ ਹੈ ਪਰਮਾਤਮਾ ਦੇ ਘਰੋਂ ਉਹ ਵੱਡਾ ਦੁੱਖ ਪਾਇਆ ਕਰਦੇ ਨੇ। ਉਹ ਭਾਵੇਂ ਉਹ ਇਸ ਜਨਮ ਵਿੱਚ ਉਹਨਾਂ ਨੂੰ ਮਿਲ ਜਾਏ ਜਾਂ ਉਹ ਅਗਲੇ ਜਨਮ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਿਲੇ। ਨਿਸ਼ਚੈ ਹੀ ਤਖਤ ਪਾ ਕਰਕੇ ਤਖਤ ਤੇ ਬਹਿਣ ਵਾਲਾ ਜੇਕਰ ਆਪਣੀ ਪ੍ਰਜਾ ਨਾਲ ਸਿਧਾਂਤ ਅਨੁਸਾਰ ਇਨਸਾਫ ਨਹੀਂ ਕਰਦਾ, ਫਿਰ ਉਹ ਕਈ ਵਾਰ ਆਪਣਾ ਸਭ ਕੁਝ ਨਾਸ਼ ਕਰ ਲੈਂਦਾ ਹੈ ਜੀ। ਸਰਬ ਰਾਜ ਐਸਵਰਜ ਗਵਾਵੋ। ਤੇ ਇਹਦਾ ਫਲ ਪਤਾ ਕੀ ਹੋਵੇਗਾ ਕਿ ਤੁਹਾਡਾ ਇਹ ਰਾਜ ਤੇਜ ਸਭ ਨਾਸ਼ ਹੋ ਜਾਏਗਾ। ਸੱਚਮੁੱਚ ਜੋ ਕੁਝ ਔਰੰਗਜ਼ੇਬ ਇਸ ਵਕਤ ਕਰ ਰਿਹਾ ਬਿਨਾਂ ਕਿਸੇ ਦੋਸ਼ ਤੋਂ, ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਧੀਰਤਾ ਦੇ ਮੂਲ, ਸ਼ਾਂਤੀ ਦੇ ਸੋਮੇ ਸਤਿਗੁਰੂ ਜੀਆਂ ਨੂੰ ਗ੍ਰਿਫਤਾਰ ਕਰਕੇ ਕਸ਼ਟ ਦੇ ਰਿਹਾ ਹੈ, ਆਮ ਪੀਰਾਂ ਫਕੀਰਾਂ ਨੂੰ ਕਤਲ ਕਰ ਰਿਹਾ, ਆਪਣਾ ਸਾਰਾ ਪਰਿਵਾਰ ਉਸਨੇ ਕਤਲ ਕਰ ਦਿੱਤਾ, ਲੋਕਾਈ ਦੇ ਉੱਪਰ ਟੈਕਸ ਲਾ ਦਿੱਤੇ ਨੇ, ਜ਼ਬਰਦਸਤੀ ਸੰਸਾਰ ਦੇ ਲੋਕਾਂ ਦੇ ਧਰਮ ਤਬਦੀਲ ਕਰਵਾਏ ਜਾ ਰਹੇ ਨੇ। ਇਹਦਾ ਫਲ ਇਸ ਨੂੰ ਕੀ ਮਿਲਣ ਵਾਲਾ ਹੈ? ਅੱਗੇ ਆਪਾਂ ਇਤਿਹਾਸ ਵਿੱਚ ਝਾਤ ਮਾਰਦੇ ਆਵਾਂਗੇ, ਕਿਉਂਕਿ ਬੜਾ ਸਮਾਂ ਹੁਣ ਤੱਕ ਬਤੀਤ ਹੋ ਚੁੱਕਾ, ਕੋਈ 400 ਸਾਲ ਦੇ ਲਗਭਗ। ਕੀ ਨਾਮ ਰਿਹਾ ਉਸ ਬਾਦਸ਼ਾਹ ਦਾ? ਤੇ ਜੇਕਰ ਉਸ ਤਖਤ ਤੇ ਬੈਠ ਕਰਕੇ ਉਹਨੇ ਇਨਸਾਫ ਕੀਤਾ ਹੁੰਦਾ, ਜੇਕਰ ਉਸ ਤਖਤ ਤੇ ਬੈਠ ਕਰਕੇ ਉਹਨੇ ਆਪਣੀ ਪ੍ਰਜਾ ਨਾਲ ਅਦਲ ਕੀਤਾ ਹੁੰਦਾ, ਉਸ ਤੋਂ ਕਈ ਸੌ ਸਾਲ ਪਹਿਲਾਂ ਇਸ ਧਰਤੀ ਤੇ ਰਾਜੇ ਜਨਕ ਵਰਗੇ ਬੈਠੇ ਅੱਜ ਵੀ ਸਨਮਾਨ ਨਾਲ ਉਹਨਾਂ ਦਾ ਦੁਨੀਆ ਨਾਮ ਲੈਂਦੀ ਹੈ। ਉਸ ਤੋਂ ਕਈ ਸੌ ਸਾਲ ਪਹਿਲਾਂ ਹੋਰ ਬਹੁਤ ਰਾਜੇ ਨੇ ਜਿਹੜੇ ਇੱਥੇ ਬੈਠੇ ਨੇ, ਉਹਨਾਂ ਦਾ ਨਾਮ ਤੇ ਸਮਕਾਲੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਸ ਵਕਤ ਤਖਤ ਤੇ ਬੈਠੇ ਨੇ, ਅੱਜ ਹਰ ਇੱਕ ਮਨੁੱਖ ਦਾ ਸੀਸ ਅਦਬ ਨਾਲ ਝੁਕਦਾ, ਲੇਕਿਨ ਬਾਦਸ਼ਾਹ ਦਾ ਰਾਜ ਕਿੱਥੇ ਹੈ?
ਸੋ ਮਹਾਰਾਜ ਕਹਿਣ ਲੱਗੇ ਭਾਈ ਵੇਖੋ, ਜੇਕਰ ਤੁਸੀਂ ਅਦਬ ਨਾ ਕੀਤਾ, ਖਲਕ ਦਾ ਅਦਲ ਨਾ ਕੀਤਾ, ਤੇ ਇਹਦਾ ਫਲ ਹੈ ਵੀ ਇੱਕ ਦਿਨ, ਅੱਜ ਭਾਵੇਂ ਠੀਕ ਹੈ ਤੁਹਾਡੇ ਪਾਸ ਤੇਜ ਪ੍ਰਤਾਪ ਹੈ, ਫੌਜਾਂ ਨੇ, ਘੋੜੇ ਨੇ, ਤੁਹਾਡੇ ਪਾਸ ਧਨ ਦੀ ਮਲਕੀਅਤ, ਵੱਡੇ ਦੇਸ਼ਾਂ ਦੇ ਰਾਜ ਨੇ, ਲੇਕਿਨ ਨਿਸ਼ਚੈ ਇੱਕ ਦਿਨ ਆਵੇਗਾ ਤੁਹਾਡਾ ਸਭ ਕੁਝ ਖਤਮ ਹੋ ਜਾਏਗਾ। ਕਰਾਮਾਤ ਕੋ ਨਾਮ ਕਹਿਰ ਹੈ। ਜਿਹੜੀ ਬਾਤ ਤੁਸੀਂ ਸਾਡੇ ਸਨਮੁਖ ਵਾਰ-ਵਾਰ ਰੱਖ ਰਹੇ ਹੋ, ਪਹਿਲੀ ਸ਼ਰਤ ਜਿਹੜੀ ਔਰੰਗਜ਼ੇਬ ਬਾਦਸ਼ਾਹ ਵਾਰ-ਵਾਰ ਮਹਾਰਾਜ ਜੀ ਕੇ ਸਨਮੁਖ ਰੱਖ ਰਿਹਾ, ਕਰਾਮਾਤ ਦਿਖਾਓ। ਮਹਾਰਾਜ ਕਹਿਣ ਲੱਗੇ ਸਾਡੇ ਮੱਤ ਅੰਦਰ, ਗੁਰੂ ਨਾਨਕ ਸਾਹਿਬ ਜੀਓ ਕੇ ਮੱਤ ਅੰਦਰ ਕਰਾਮਾਤ ਕਹਿਰ ਦਾ ਨਾਮ ਹੈ। ਕਰਾਮਾਤ ਕਰਨੀ ਇੱਕ ਫਕੀਰ ਦੇ ਲਈ ਕਹਿਰ ਕਰਨਾ ਹੈ, ਭਾਵ ਉਸ ਖੁਦਾ ਪਰਮਾਤਮਾ ਨਾਲ ਸ਼ਰੀਕੀ ਕਰਨੀ ਹੈ ਜੀ। ਕਰੈ ਨਾ ਸੰਤ ਸਮਾਨ ਸਿਰ ਹੈ। ਜਿਹੜੇ ਸੰਤ ਨੇ ਅੰਦਰੂਨੀ ਪੱਧਰ ਤੇ, ਜਿਹੜੇ ਨਾਮ ਬਾਣੀ ਦੀ ਇਬਾਦਤ ਕਰਨ ਵਾਲੇ, ਬੰਦਗੀ ਕਰਨ ਵਾਲੇ, ਬਾਣੀ ਪੜ੍ਹਨ ਵਾਲੇ ਮਹਾਂਪੁਰਖ ਨੇ, ਉਹ ਕਦੇ ਵੀ ਇਸ ਰਸਤੇ ਨੂੰ ਨਹੀਂ ਚੁਣਦੇ। ਸੀਸ ਕੱਟਣਾ ਪ੍ਰਵਾਨ ਕਰ ਲੈਂਦੇ ਨੇ, ਲੇਕਿਨ ਕਦੇ ਵੀ ਕਰਾਮਾਤ ਵਾਲੇ ਪਾਸੇ ਨਹੀਂ ਆਉਂਦੇ ਹਨ। ਕਰ ਅਜਮਤ ਦਿਖਰਾਏ ਉਧਾਰਾ। ਤੇ ਜੇਕਰ ਉਹ ਸਾਡੇ ਤੋਂ ਕਰਾਮਾਤ ਵੇਖਣਾ ਚਾਹੁੰਦਾ ਹੈ, ਤੇ ਕੀ ਕਰਾਮਾਤ ਵੇਖਣਾ ਚਾਹੁੰਦਾ ਹੈ? ਕਿਉਂਕਿ ਵੈਸੇ ਤੇ ਮੈਂ ਬੇਨਤੀ ਕਰਾਂ, ਜੇਕਰ ਸਿਆਣਾ ਮਨੁੱਖ ਹੋਵੇ ਤੇ ਕਰਤੇ ਦੀ ਕੁਦਰਤ ਵਿੱਚ ਰੋਜ਼ ਕਰਾਮਾਤ ਵੇਖਣ ਨੂੰ ਮਿਲ ਜਾਂਦੀ ਹੈ। ਨਾਨਕ ਬਾਬਾ ਜੀ ਨੇ ਵੈਸੇ ਕਰਾਮਾਤ ਦਾ ਕਈ ਥਾਵਾਂ ਤੇ ਬਾਣੀ ਵਿੱਚ ਜ਼ਿਕਰ ਕੀਤਾ, ਤੇ ਰੋਜ਼ ਅਸੀਂ ਵੇਖਦੇ ਹਾਂ ਕਰਤੇ ਦੀ ਕੁਦਰਤ ਦੇ ਵਿੱਚ ਕੋਈ ਨਾ ਕੋਈ ਨਵੀਂ ਕਰਾਮਾਤ ਵਰਤਦੀ ਪਈ ਹੈ, ਜੇ ਦ੍ਰਿਸ਼ਟੀ ਹੋਵੇ, ਗੁਰਮੁਖ ਦ੍ਰਿਸ਼ਟੀ। ਪਰੰਤੂ ਮਹਾਰਾਜ ਕਹਿਣ ਲੱਗੇ ਭਾਈ, ਕਾਰਜ ਮਦ ਰਖਾਏ ਉਦਾਰਾ, ਗੁਨਾਹਗਾਰ ਦਰਗਹਿ ਮਝਾਰਾ। ਜਿਹੜਾ ਕੋਈ ਫਕੀਰ ਹੋ ਕੇ ਤੇ ਆਪਣੀ ਕਮਾਈ ਹੋਈ ਬਾਣੀ ਦੀ ਤਾਕਤ ਦੇ ਨਾਲ ਕਰਾਮਾਤ ਕਰਕੇ ਕਿਸੇ ਨੂੰ ਪ੍ਰਭਾਵਿਤ ਕਰੇ, ਵਿਖਾਵੇ, ਸੱਚਮੁੱਚ ਉਹ ਰੱਬ ਦੀ ਦਰਗਾਹ ਵਿੱਚ ਵੱਡਾ ਗੁਨਾਹਗਾਰ ਗਿਣਿਆ ਜਾਂਦਾ ਹੈ। ਨਿਨ ਜਿਜ ਧਰਮ ਸਬਨ ਕੋ ਪਿਆਰੇ। ਤੇ ਦੂਸਰੀ ਬਾਤ, ਤੁਸੀਂ ਧਰਮ ਤਬਦੀਲ ਕਰਨ ਦੀ ਕਰਦੇ ਹੋ ਮੁੱਲਾ ਜੀ। ਆਪ ਕਹਿੰਦੇ ਹੋ ਵੀ ਆਪਣਾ ਜਿਹੜਾ ਧਰਮ ਹੈ ਇਸ ਨੂੰ ਤਬਦੀਲ ਕਰ ਲਓ, ਭਾਵ ਸਿੱਖ ਧਰਮ ਚੋਂ ਹਿੰਦੂਆਂ ਦੀ ਅਗਵਾਈ ਆਪ ਕਰ ਰਹੇ ਹੋ, ਤੇ ਆਪਣਾ ਧਰਮ ਇਸਲਾਮ ਧਾਰਨ ਕਰ ਲਓ, ਕਲਮਾ ਪੜੋ, ਸ਼ਰ੍ਹਾ ਦੇ ਵਿੱਚ ਆਓ। ਮਹਾਰਾਜ ਕਹਿਣ ਲੱਗੇ ਸਾਡੇ ਮਤ ਅਨੁਸਾਰ ਹਰ ਮਨੁੱਖ ਨੂੰ ਇੰਨੀ ਆਜ਼ਾਦੀ ਹੈ ਵੀ ਉਹ ਆਪਣੇ ਧਰਮ ਨਾਲ ਪਿਆਰ ਕਰ ਸਕਦਾ ਹੈ, ਤੇ ਹਰ ਮਨੁੱਖ ਨਿਜ ਨਿਜ ਧਰਮ ਸਭਨ ਕੋ ਪਿਆਰੇ। ਜਿਸ ਦਾ ਜਿਹੜਾ ਧਰਮ ਹੈ ਉਹਨੂੰ ਉਹ ਮੁਬਾਰਕ ਹੈ, ਉਹਨੂੰ ਉਹ ਪਿਆਰਾ। ਵੇਖੋ ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਆਏ ਨੇ, ਬਾਬਾ ਜੀ ਸੰਸਾਰ ਦੀ ਯਾਤਰਾ ਕਰਦੇ ਰਹੇ, 10 ਗੁਰੂ ਸਾਹਿਬਾਨ ਸੰਸਾਰ ਵਿੱਚ ਪ੍ਰਗਟੇ, ਦੁਨੀਆ ਭਰ ਦਾ ਜਾਰਤ ਯਾਤਰਾ ਗੁਰੂ ਨਾਨਕ ਸਾਹਿਬ ਜਾਂ ਗੁਰੂ ਜੋਤ ਨੇ ਕੀਤੀ। ਕਿਸੇ ਇੱਕ ਤੋਂ ਦੂਜੇ ਥਾਂ ਤੇ ਜਾ ਕਰਕੇ ਕਿਸੇ ਨੂੰ ਨਹੀਂ ਕਿਹਾ ਵੀ ਤੁਸੀਂ ਆਪਣਾ ਧਰਮ ਤਬਦੀਲ ਕਰੋ। ਹਾਂ, ਧਰਮ ਦੀ ਮਰਿਆਦਾ ਅਨੁਸਾਰ ਪਰਪੱਕ ਹੋਣ ਦੇ ਲਈ ਬੜਾ ਜ਼ੋਰ ਲਾਇਆ। ਸਨਾਤਨੀਆਂ ਪਾਸ ਗਏ, ਉਹਨਾਂ ਨੂੰ ਕਹਿ ਦਿੱਤਾ ਵੀ ਪੂਰੀ ਧਰਮ ਦੀ ਰਹੁ ਰੀਤ ਅਪਣਾਓ, ਕਰਮ ਕਾਂਡ ਨਾ ਕਰੋ। ਇਸਲਾਮ ਦੀ ਜੇ ਇੱਥੇ ਗੱਲ ਚੱਲ ਰਹੀ ਹੈ, ਬਾਦਸ਼ਾਹ ਕਹਿ ਰਿਹਾ ਇਸਲਾਮ ਪੜ੍ਹੋ, ਤੇ ਮੈਂ ਬੇਨਤੀ ਕਰਾਂ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਜਿਹੜੀ ਪਹਿਲੀ ਗੋਸ਼ਟ ਹੈ ਇਹਨਾਂ ਨਾਲ, ਉੱਥੇ ਹੀ ਮੁਸਲਮਾਨ ਨੂੰ ਮੁਸਲਮਾਨ ਦੇ ਅਰਥ ਸਮਝਾ ਦਿੱਤੇ ਸਨ। ਬਾਣੀ ਵਿੱਚ ਲਿਖ ਦਿੱਤਾ ਸੀ, ਮੁਸਲਮਾਨ ਕਹਾਵਣ ਮੁਸ਼ਕਲ ਜੇ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ, ਮੁਸ਼ਕਲ ਮਾਣਾ ਮਾਨ ਮੁਹਾਵੈ। ਰੱਬ ਕੀ ਰਜਾਏ ਮੰਨੈ ਸਿਰੇ ਉੱਪਰ, ਕਰਤਾ ਮੰਨੈ ਆਪ ਗਵਾਵੈ, ਤੋ ਸਰਬ ਜੀਆਂ ਮਹਿਰਮਤ ਹੋਵੈ, ਤੋ ਨਾਨਕ ਮੁਸਲਮਾਨ ਸੁਦਾਵੈ। ਇਹ ਉਹਦੀ ਪਰਿਭਾਸ਼ਾ। ਅਵਲ ਔਲ ਦੀਨ ਕਰੇ ਮਿੱਠਾ, ਸਭ ਤੋਂ ਪਹਿਲਾ ਕਰਮ ਹੀ ਇਹ ਹੈ ਮੁਸਲਮਾਨ ਦਾ ਕਿ ਉਹ ਆਪਣੇ ਧਰਮ ਨਾਲ ਪਿਆਰ ਕਰੇ। ਅਵਲ ਔਲ, ਅਵਲ ਔਲ ਤੋਂ ਭਾਵ ਪਹਿਲਾ ਜਿਹੜਾ ਰੱਬੀ ਕਰਮ ਹੈ। ਦੀਨ ਕਰ ਮਿੱਠਾ, ਪਰਮਾਤਮਾ ਵੱਲੋਂ ਜਿਸ ਧਰਮ ਵਿੱਚ ਉਸ ਨੂੰ ਜਨਮ ਦਿੱਤਾ ਮਿਲਿਆ ਹੈ, ਉਸ ਰਹਿਬਰ ਅਨੁਸਾਰ ਜੋ ਉਸ ਨੂੰ ਮਰਿਆਦਾ ਦਿੱਤੀ ਗਈ ਹੈ ਉਸ ਨੂੰ ਮੰਨ ਕਰਕੇ ਤੁਰੇ। ਮਹਾਰਾਜ ਕਹਿਣ ਲੱਗੇ ਨਿਜ ਨਿਜ ਧਰਮ ਸਭਨ ਕੋ ਪਿਆਰੇ, ਆਪਣੇ ਆਪਣੇ ਧਰਮ ਸਭ ਕਿਸੇ ਨੂੰ ਪਿਆਰੇ ਹਨ ਜੀ। ਜੋ ਜਿਸ ਧਾਰਤ ਸੋ ਤਿਸ ਤਾਰੇ। ਤੇ ਜਿਹੜਾ ਸ਼ਰਧਾ ਕਰਕੇ ਆਪਣੇ ਧਰਮ ਤੇ ਅਕੀਦਾ ਰੱਖਦਾ ਹੈ, ਆਪਣੇ ਧਰਮ ਦੀ ਰਹੁ ਰੀਤ ਅਪਣਾਉਂਦਾ ਹੈ, ਧਰਮ ਅਨੁਸਾਰੀ ਹੋ ਕੇ ਤੁਰਦਾ ਹੈ, ਨਿਸ਼ਚੇ ਹੀ ਉਹ ਧਰਮ ਵਿੱਚ ਉਸ ਦਾ ਪਾਰ ਉਤਾਰਾ ਵੀ ਹੁੰਦਾ ਹੈ ਜੀ। ਹਮ ਤੋ ਦੋਨੋਂ ਬਾਤ ਨਾ ਮੰਨ ਹੈ। ਤੇ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਮੁੱਲਾ ਜੀ ਸੱਚ ਹੈ ਵੀ ਸਾਨੂੰ ਤੁਹਾਡੀਆਂ ਦੋਵੇਂ ਬਾਤਾਂ ਹੀ ਪ੍ਰਵਾਨ ਨਹੀਂ ਨੇ। ਨਾ ਤੇ ਅਸੀਂ ਕਰਾਮਾਤ ਵਿਖਾਉਣ ਲਈ ਰਾਜੀ ਹਾਂ, ਤੇ ਨਾ ਹੀ ਤੁਹਾਡੇ ਬਾਦਸ਼ਾਹ ਦੇ ਪੈ ਹੇਠ ਆ ਕਰਕੇ ਆਪਣਾ ਧਰਮ ਤਬਦੀਲ ਕਰਨ ਲਈ
ਰਾਜੀ ਹਾਂ ਜੀ। ਕਰੈ ਸੌ ਜੈਸੇ ਮਨ ਮੰਨ ਜਾਣੈ। ਤੇ ਤੁਸੀਂ ਜਾ ਕੇ ਆਪਣੇ ਬਾਦਸ਼ਾਹ ਔਰੰਗਜ਼ੇਬ ਨੂੰ ਕਹਿ ਦਿਓ ਵੀ ਜਿਵੇਂ ਤੁਹਾਡਾ ਦਿਲ ਕਰਦਾ ਕਰ ਸਕਦੇ ਹੋ, ਅਸੀਂ ਉਹਨਾਂ ਦੀ ਕੋਈ ਬਾਤ ਨਹੀਂ ਮੰਨਣੀ ਹੈ ਜੀ। ਨਿਮਰ ਭੂਤ ਜਬ ਕੀਨ ਬਖਾਨ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਸ ਵਕਤ ਆਪਣੇ ਮੁਖ ਤੋਂ ਬੜੇ ਨਿਮਰਤਾ ਨਾਲ ਪਿਆਰ ਸਹਿਤ ਇਹ ਬਚਨ ਉਸ ਨੂੰ ਕਹੇ ਸਨ। ਮਤੀ ਦਾਸ ਨਿਜ ਗੁਰੂ ਦੀਵਾਨ। ਤੇ ਨਾਲ ਹੀ ਮਹਾਰਾਜ ਜੀ ਕੇ ਸਿੱਖ ਜਿਹੜੇ ਦੀਵਾਨ ਨੇ ਭਾਈ ਮਤੀ ਦਾਸ ਜੀ, ਉਹ ਵੀ ਉਸ ਵਕਤ ਉਸ ਸਥਾਨਪੁਰ ਹਾਜ਼ਰ ਨੇ ਜਿਸ ਵਕਤ ਆਏ ਹੋਏ ਮੁਲਾਣੇ ਦੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਾਥ ਜੇਲ੍ਹ ਦੇ ਅੰਦਰ ਹੀ ਵਿਚਾਰ ਚੱਲ ਰਹੀ ਹੈ। ਚਿਰੰਕਾਲ ਕੋ ਗੁਰ ਡਿਗ ਰਹਿ। ਜੋ ਕਿ ਬੜੇ ਸਮੇਂ ਤੋਂ ਇਉਂ ਕਹਿ ਲਈਏ ਬਾਜੀਵਨ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਰਹੇ ਹਨ। ਸੁਨ ਅਸ ਬਾਕ ਨਾ ਮਨ ਮੈਂ ਸਹਿ। ਜਿਸ ਵਕਤ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਸਨਮੁਖ ਆ ਕੇ ਬਾਤਾਂ ਕਹੀਆਂ ਤੇ ਮਹਾਰਾਜ ਨੇ ਨਿਮਰਤਾ ਸਹਿਤ ਉਸ ਨੂੰ ਅੱਗੋਂ ਇਉਂ ਜਵਾਬ ਦੇ ਦਿੱਤਾ ਕਿ ਸਾਨੂੰ ਪ੍ਰਵਾਨ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀਓ ਵੱਲ ਵੇਖ ਕਰਕੇ ਭਾਈ ਮਤੀ ਦਾਸ ਜੀ ਜਿਹੜੇ ਹਨ ਹਿਰਦੇ ਦੇ ਪੱਧਰ ਤੇ ਕੁਝ ਦੁਖੀ ਹੋਏ ਹਨ। ਵੀ ਇਉਂ ਉਹ ਦੁਖੀ ਹੋਣ ਦਾ ਕਾਰਨ ਹੈ ਵੀ ਬਿਨਾਂ ਮਤਲਬ ਤੋਂ ਹੀ ਇਹ ਰੋਜ਼ਾਨਾ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਕੋ ਇਹ ਬਾਤ ਕਰ ਰਹੇ ਹਨ, ਦੰਡ ਦੇਣ ਦੇ ਲਈ ਦੁੱਖ ਦੇ ਰਹੇ ਹਨ, ਵਾਰ-ਵਾਰ ਇਹ ਜਿਹੜੀ ਸ਼ਰਤ ਰੱਖ ਰਹੇ ਹਨ। ਇਸ ਕਰਕੇ ਉਹਨਾਂ ਦਾ ਹਿਰਦਾ ਜਿਹੜਾ ਹੈ ਉਹ ਕਲਪਦਾ ਹੈ ਜੀ। ਤਪ ਕੋ ਬਲ ਗੁਰ ਸੇਵਾ ਠਾਨੀ। ਤਪ ਕੋ ਬਲ ਭਾਵ ਬਖਸ਼ਿਸ਼ ਭਾਈ ਮਤੀ ਦਾਸ ਜੀ ਦੇ ਪਾਸ ਵੀ ਬਹੁਤ ਹੈ, ਕਿਉਂਕਿ ਉਹਨਾਂ ਨੇ ਸਾਰੀ ਉਮਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਪੂਰਨ ਪੁਰਖ ਦੀ ਹਜ਼ੂਰੀ ਵਿੱਚ ਰਹਿ ਕਰਕੇ ਸੇਵਾ ਕੀਤੀ ਹੈ। ਇਸ ਕਰਕੇ ਅੰਦਰ ਦੀ ਰੂਹਾਨੀਅਤ ਇਉਂ ਕਹਿ ਲਈਏ ਵੀ ਅੰਦਰ ਅਜ਼ਮਤਾਂ ਦੇ ਭੰਡਾਰ ਭਰੇ ਪਏ ਹਨ। ਨਹੀਂ ਸਮਾਵੈ ਸਖਤ ਮਹਾਨੀ। ਪਰੰਤੂ ਅਜੇ ਸਿੱਖ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਨੇ ਉਹ ਤੇ ਜਾਣਦੇ ਨੇ ਵੀ ਇਹਨਾਂ ਨਾਲ ਕਿੱਦਾਂ ਪੇਸ਼ ਆਇਆ ਜਾਣਾ ਤੇ ਕੀ ਕਰਤੱਵ ਵਰਤਾਉਣੇ ਨੇ। ਸਿੱਖ ਦੀ ਆਪਣੀ ਇੱਕ ਸੀਮਾ ਹੈ। ਸੋ ਅਜ਼ਮਤ ਹੈ, ਲੇਕਿਨ ਜਿਸ ਵਕਤ ਸਾਹਮਣੇ ਮਹਾਰਾਜ ਜੀ ਕੇ ਸਾਥ ਇਉਂ ਵਿਵਹਾਰ ਹੁੰਦਾ ਵੇਖਦੇ ਹਨ ਜਿਵੇਂ ਕੈਦੀਆਂ ਨਾਲ ਹੁੰਦਾ, ਸੋ ਉਹਨਾਂ ਤੋਂ ਇਹ ਕੋਈ ਜਰਿਆ ਨਹੀਂ ਜਾਂਦਾ ਤੇ ਉਹ ਦੁਖੀ ਹੋ ਜਾਂਦੇ ਹਨ। ਸ੍ਰੀ ਸਤਿਗੁਰ ਅਰ ਮੁੱਲਾ ਸੁਣਤ। ਜਿਸ ਵਕਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਇਹ ਮੁੱਲਾ ਜੀ ਆਪਸ ਵਿੱਚ ਵਿਚਾਰ ਕਰ ਰਹੇ ਸਨ ਤੇ ਭਾਈ ਮਤੀ ਦਾਸ ਜੀ ਪਾਸ ਖੜੇ ਹੋਏ ਸਾਰੀ ਵਾਰਤਾਲਾਪ ਸੁਣ ਰਹੇ ਸਨ। ਮਤੀ ਦਾਸ ਰਿਸ ਕੋ ਧਰ ਪਨਤ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਵਾਬ ਦੇ ਰਹੇ ਸਨ। ਉਧਰ ਵੇਖਦਿਆਂ ਹੀ ਭਾਈ ਮਤੀ ਦਾਸ ਜੀ ਹੋਰਾਂ ਦੇ ਅੰਦਰ ਨੂੰ ਥੋੜਾ ਜਿਹਾ ਕ੍ਰੋਧ ਆ ਗਿਆ। ਜਿਵੇਂ ਕਈ ਵਾਰ ਹੁੰਦਾ ਨਾ ਮਨੁੱਖ ਦੇ ਅੰਦਰ ਅਣਖ ਜਾਗਦੀ ਹੈ ਤੇ ਉਹ ਫਿਰ ਕੁਝ ਨਾ ਕੁਝ ਬੋਲਦਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਪੂਰੇ ਗੁਰੂ ਹਨ, ਤੁਸੀਂ ਇਹਨਾਂ ਨੂੰ ਇਉਂ ਹੀ ਰੋਜ਼ਾਨਾ ਪਰੇਸ਼ਾਨ ਕਰ ਰਹੇ ਹੋ। ਹਰਖ ਆ ਗਿਆ ਅੰਦਰੋਂ ਇੱਕ, ਸੋ ਆਪਣੇ ਮੁਖ ਤੋਂ ਕੁਝ ਬੋਲਦੇ ਹਨ। ਨਿਰਬਲ ਸਮ ਬੋਲੋ ਤੁਮ ਕੈਸੇ। ਮੌਲਾਨਾ ਜੀ ਨੂੰ ਕਹਿਣ ਲੱਗੇ, ਮੁੱਲਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਤਾਂ ਇਉਂ ਇਹਨਾਂ ਦੇ ਸਨਮੁਖ ਬੋਲ ਰਹੇ ਹੋ ਕਿ ਜਿਵੇਂ ਇਹ ਨਿਰਬਲ ਹਨ। ਭਾਵ ਗੁਰੂ ਤੇਗ ਬਹਾਦਰ ਜੀ ਨੇ ਨਿਮਰਤਾ ਸਹਿਤ ਜਵਾਬ ਦਿੱਤਾ, ਜਿਵੇਂ ਨਿਰਬਲ ਹਨ, ਇਹਨਾਂ ਪਾਸ ਕੋਈ ਅਜ਼ਮਤ ਨਹੀਂ ਹੈ ਤੇ ਤੁਸੀਂ ਇਹਨਾਂ ਦੇ ਉੱਪਰ ਬੜੇ ਜ਼ੋਰ ਜ਼ਬਰਦਸਤੀ ਦੇ ਨਾਲ ਬੋਲ ਰਹੇ ਹੋ ਜੀ। ਨਹੀਂ ਭਾਉ ਤੇ ਮੁਝ ਬਜ ਐਸੇ। ਤੇ ਜਿਸ ਵੇਦ ਆਪ ਮਹਾਰਾਜ ਜੀ ਕੇ ਸਾਥ ਵਿਚਾਰ ਕਰ ਰਹੇ ਹੋ, ਮਹਾਰਾਜ ਕੇ ਸਾਥ ਬੋਲ ਰਹੇ ਹੋ, ਸੱਚਮੁੱਚ ਸਾਨੂੰ ਚੰਗਾ ਨਹੀਂ ਲੱਗ ਰਿਹਾ। ਸਿੱਖ ਹੋਣ ਦੇ ਨਾਤੇ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਆ ਕਰਕੇ ਗੁਰੂ ਦੇ ਨਾਲ ਇਦਾਂ ਬਦਸਲੂਕੀ ਕਰੇ ਜੀ। ਸਭ ਗੁਰੂਆਂ ਕੀ ਜੋਤ ਉਧਾਰਾ। ਇਹ ਕੋਈ ਆਮ ਪੁਰਖ ਨਹੀਂ ਨੇ। 9 ਗੁਰੂ 9ਵੇਂ ਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਇਸ ਤੋਂ ਪਹਿਲਾਂ 8 ਗੁਰੂ ਸਾਹਿਬਾਨ, ਉਹੀ ਗੁਰੂ ਨਾਨਕ ਸਾਹਿਬ ਜੀ ਕੀ ਜੋਤ ਪੂਰਨ ਅਜ਼ਮਤ ਦੇ ਮਾਲਕ ਪੂਰਨ ਪੁਰਖ ਹਨ। ਕਰਤ ਪ੍ਰਕਾਸ਼ਨ ਆਪ ਮਜਾਰਾ। ਇਹ ਤੇ ਇਹਨਾਂ ਦੀ ਕੋਈ ਆਪਣੀ ਮੌਜ ਹੈ, ਇਸ ਵਿਦੇਸ਼ ਸਥਾਨ ਤੇ ਬੈਠੇ ਹਨ, ਵਰਨਾ ਜਿਤਨੀ ਇਹਨਾਂ ਦੇ ਪਾਸ ਅਜ਼ਮਤ ਹੈ, ਜਿੰਨੀ ਕੁ ਬਖਸ਼ਿਸ਼ ਦੇ ਮਾਲਕ ਹਨ ਗੁਰੂ ਤੇਗ ਬਹਾਦਰ ਮਹਾਰਾਜ। ਆਪਣੇ ਇੱਕ ਬੋਲ ਨਾਲ ਜੋ ਚਾਉਣ। ਆਰੰਭ ਵਿੱਚ ਵੀ ਬੇਨਤੀ ਆਈ ਹੈ ਨਾ, ਭਾਈ ਸਾਹਿਬ ਜੀ ਨੇ ਬਚਨ ਲਿਖੇ ਨੇ ਵੀ ਇੱਕ ਬੋਲ ਨਾਲ ਜਿਹੜੇ ਲੱਖਾਂ ਸਿੱਖਾਂ ਦੀ ਕੈਦ ਕੱਢ ਸਕਦੇ ਨੇ, ਉਹਨਾਂ ਲਈ ਇਹ ਜੇਲ੍ਹ ਕੀ ਜ਼ਿਆਦਾ ਹੈ। ਸੋ ਇਹ ਬਹੁਤ ਅਜ਼ਮਤ ਦੇ ਬਾਲਕ ਹਨ। ਮੁੱਲਾ ਜੀ ਤੁਹਾਨੂੰ ਇਹਨਾਂ ਨਾਲ ਅਦਬ ਨਾਲ ਸਲੂਕ ਨਾਲ ਪੇਸ਼ ਆਉਣਾ ਚਾਹੀਦਾ ਹੈ ਜੀ। ਤੁਰਕਨ ਕੀ ਨਿਸਠੁਰਤਾ ਖੋਟੀ। ਤੇ ਨਾਲ ਹੀ ਥੋੜਾ ਜਿਹਾ ਕਰੜੇ ਸ਼ਬਦਾਂ ਦੇ ਵਿੱਚ ਭਾਈ ਮਤੀ ਦਾਸ ਜੀ ਕਹਿਣ ਲੱਗੇ, ਜਿਹੜੇ ਤੁਰਕ ਨੇ ਨਾ, ਇਹਨਾਂ ਦਾ ਅੰਦਰ ਹੀ ਖੋਟਾ ਹੈ, ਇਹਨਾਂ ਦੀ ਨੀਅਤ ਹੀ ਖੋਟੀ ਹੈ ਜੀ। ਆਪਨ ਸਕਤੇ ਕਰੋ ਨਾ ਹੋਟੀ। ਮਹਾਰਾਜ ਇਹਨਾਂ ਨੂੰ ਤੁਸੀਂ ਆਪਣੀ ਸ਼ਕਤ ਵਿਖਾ ਕੇ ਹੀ ਠਾਰ ਸਕਦੇ ਹੋ।
ਕਿਉਂਕਿ ਜਿੰਨੀ ਕੁ ਨੀਅਤ ਇਹਨਾਂ ਦੀ ਖੋਟੀ ਹੈ ਨਾ, ਮੁੱਖ ਤੋਂ ਕੁਝ ਹੋਰ ਕਹਿੰਦੇ ਨੇ ਤੇ ਅੰਦਰੋਂ ਕੁਝ ਹੋਰ ਹਨ। ਪਰੇ ਕੈਦ ਮੈਂ ਕਸ਼ਟ ਸਹਾਰੋ। ਮਹਾਰਾਜ ਆਪ ਇਸ ਕੈਦ ਵਿੱਚ ਪਏ ਹੋ, ਇਹ ਆਪ ਜੀਆਂ ਨੂੰ ਰੋਜ਼ਾਨਾ ਕਸ਼ਟ ਦੇ ਰਹੇ ਹਨ। ਨਾ ਕੋਈ ਸਮੇਂ ਸਿਰ ਭੋਜਨ ਪ੍ਰਸ਼ਾਦ, ਉੱਪਰ ਤੋਂ ਡੰਡ, ਉੱਪਰ ਤੋਂ ਸਿਪਾਹੀਆਂ ਦੇ ਕਰੜੇ ਪਹਿਰੇ। ਸੋ ਇਸ ਵੇਦ ਆਪ ਜੀ ਇਹਨਾਂ ਦੇ ਕਸ਼ਟ ਸਹਾਰ ਰਹੇ ਹੋ, ਤੇ ਕਸ਼ਟ ਤੇ ਸਹਾਰਨੇ ਇੱਕ ਪਾਸੇ ਰਿਹਾ। ਜਦੋਂ ਵੀ ਕੋਈ ਆਪ ਜੀ ਉਹਦੇ ਨਾਲ ਵਾਰਤਾਲਾਪ ਕਰਨ ਆਉਂਦਾ ਹੈ, ਬੋਲ ਬਚਨ ਸਾਂਝੇ ਕਰਨ ਆਉਂਦਾ ਹੈ, ਬਾਦਸ਼ਾਹ ਦਾ ਕੋਈ ਸੁਨੇਹਾ ਲੈ ਕੇ ਆਉਂਦਾ ਤੇ ਉਹ ਵੀ ਕੈਦੀਆਂ ਵਤ ਆਪ ਜੀ ਦੇ ਨਾਲ ਗੱਲ ਕਰਦਾ। ਸੋ ਇਹ ਸਿੱਖ ਦੇ ਲਈ ਬਰਦਾਸ਼ਤ ਕਰਨਾ ਕਠਿਨ ਹੈ ਜੀ। ਆਪਣੋ ਪਾਰ ਕਰਮ ਨਹੀਂ ਸੰਭਾਰੋ। ਮਹਾਰਾਜਾ ਆਪਣੋ ਪਰਾਕਰਮ ਨਹੀਂ ਸੰਭਾਰੋ, ਆਪ ਕਿਰਪਾ ਕਰੋ ਜੀ। ਆਠੋ ਗੁਰ ਕੋ ਸੁਜਸ ਵਡੇਰਾ। ਤੇ ਜੇਕਰ ਇਹ ਆਪ ਜੀਆਂ ਦੇ ਨਾਲ ਇਦਾਂ ਸਲੂਕ ਕਰਦੇ ਹਨ ਤੇ ਇਹਦਾ ਮਤਲਬ ਪਹਿਲੇ 8 ਗੁਰੂ ਸਾਹਿਬਾਨ, ਸਾਰੇ ਗੁਰੂ ਸਾਹਿਬਾਨ ਜਿਸ ਵਕਤ ਵੀ ਸਰੀਰ ਵਿੱਚ ਵਰਤੇ ਹਨ, ਉਹਨਾਂ ਦੀ ਇੱਕ ਆਪਣੀ ਵਡਿਆਈ ਰਹੀ ਹੈ। ਆਪ ਜੀ ਕੀ ਵੀ ਇੱਕ ਵੱਖਰੀ ਵਡਿਆਈ ਹੈ ਸੰਸਾਰ ਵਿੱਚ। ਇਹ ਸਾਡੇ ਸਾਰੇ ਗੁਰੂ ਸਾਹਿਬਾਨਾਂ ਦੀ ਜਿਹੜੀ ਵਡਿਆਈ ਹੈ ਉਹਨਾਂ ਦੇ ਉੱਪਰ ਕਿੰਤੂ ਕਰ ਰਹੇ ਹਨ। ਲਘੂ ਕਯੋ ਕਰਤ ਆਪ ਇਸ ਬੇਰਾ। ਮਹਾਰਾਜ ਆਪ ਜੀਆਂ ਨੂੰ ਇਦਾਂ ਨਿਮਰ ਹੋ ਕਰਕੇ ਜਵਾਬ ਨਹੀਂ ਦੇਣਾ ਚਾਹੀਦਾ। ਜਿਸ ਵੇਲੇ ਪੁੱਛਦੇ ਹਨ ਉਸੇ ਤਰ੍ਹਾਂ ਹੀ ਇਹਨਾਂ ਨੂੰ ਜਵਾਬ ਦਿੱਤਾ ਜਾਏ। ਆਪਰ ਨਿਰੰਸਮ ਹੈ ਤੁਮ ਬੈਸੇ। ਆਪ ਜੀ ਤੇ ਆਮ ਮਨੁੱਖਾਂ ਵਾਂਗ ਜਿਵੇਂ ਹੋਰ ਕੈਦੀ ਇਹਨਾਂ ਨੇ ਜੇਲ੍ਹ ਅੰਦਰ ਪਾਏ ਹਨ, ਉਸੇ ਤਰ੍ਹਾਂ ਹੀ ਆਪ ਜੀ ਸਹਿਜ ਮਤੇ ਇਸ ਸਥਾਨਪੁਰ ਬੈਠੇ ਹੋ ਤੇ ਇਹ ਆਪ ਜੀਆਂ ਦੇ ਨਾਲ ਆ ਕਰਕੇ ਰੋਜ਼ਾਨਾ ਹੀ ਕੋਈ ਨਾ ਕੋਈ ਵਾਦ ਘਾਟ ਸ਼ਬਦਾਂ ਵਿੱਚ ਬਦਸਲੂਕੀ ਕਰਦੇ ਹਨ। ਲਖੈ ਅਬਲ ਅਪਜਸ ਜਗ ਤੈਸੇ। ਮਹਾਰਾਜ ਇਹ ਤੇ ਮੂੜ ਹਨ, ਮੂਰਖ ਹਨ, ਇਹਨਾਂ ਨੂੰ ਤੇ ਪਤਾ ਨਹੀਂ ਹੈ ਆਪ ਜੀ ਕੀ ਵਡਿਆਈ ਕੀ ਹੈ ਜੀ। ਤੁਰ ਕੇਸਰ ਸੰਤਨ ਕੋ ਦੋਖੀ। ਤੇ ਜਿਹਨੂੰ ਇਹ ਬਾਦਸ਼ਾਹ ਕਹਿੰਦੇ ਹਨ ਔਰੰਗਜ਼ੇਬ, ਉਹ ਤਾਂ ਮੁੱਢ ਤੋਂ ਹੀ ਸੰਤਾਂ ਦਾ ਦੋਖੀ ਹੈ। ਉਹ ਤੇ ਜਿਸ ਦਿਨ ਤੋਂ ਤਖਤ ਤੇ ਬੈਠਾ ਉਦੋਂ ਤੋਂ ਹੀ ਪੀਰਾਂ ਨੂੰ ਕਤਲ ਕਰਦਾ ਆਉਂਦਾ। ਸਰਮਦ ਵਰਗਿਆਂ ਦੇ ਸਿਰ ਵੱਢ ਦਿੱਤੇ ਉਸਨੇ। ਸੋ ਉਹ ਤੇ ਸੰਤਾਂ ਦਾ ਦੋਖੀ ਹੈ ਜੀ। ਇਸ ਕੋ ਮਿਲਿਓ ਨਾ ਕੋ ਜਨ ਰੋਖੀ। ਤੇ ਮਹਾਰਾਜ ਇੱਕ ਸੱਚ ਇਹ ਵੀ ਹੈ ਵੀ ਹੁਣ ਤੱਕ ਇਸ ਬਾਦਸ਼ਾਹ ਨੂੰ ਕੋਈ ਰੋਕਣ ਵਾਲਾ ਮਿਲਿਆ ਵੀ ਨਹੀਂ ਹੈ, ਕੋਈ ਅਜ਼ਮਤ ਵਾਲਾ ਟੱਕਰਿਆ ਵੀ ਨਹੀਂ ਹੈ। ਹਾਂ, ਜੇਕਰ ਕੋਈ ਮਿਲ ਜਾਂਦਾ ਤੇ ਨਿਸ਼ਚੇ ਹੀ ਇਸ ਨੇ ਸੁਧਰ ਜਾਣਾ ਸੀ। ਜੇ ਅਬ ਰਾਵਰ ਆਗਿਆ ਪਾਵੋ। ਗਰੀਬ ਨਿਵਾਸ ਸਤਿਗੁਰੂ ਮਹਾਰਾਜ, ਜੇ ਕਿਤੇ ਮੈਨੂੰ ਆਪ ਜੀ ਕੋਈ ਆਗਿਆ ਬਖਸ਼ ਦੇਵੋ। ਐਸੀ ਕਰਾਮਾਤ ਦਿਖਰਾਵੋ। ਆਪ ਤੇ ਕਹਿ ਰਹੇ ਹੋ ਵੀ ਅਸੀਂ ਕਰਾਮਾਤ ਨਹੀਂ ਦਿਖਾਉਣੀ, ਮੈਨੂੰ ਆਗਿਆ ਦੇ ਦੇਵੋ ਤੇ ਮੈਂ ਇਹਨਾਂ ਨੂੰ ਐਸੀ ਇੱਕ ਕਰਾਮਾਤ ਦਿਖਾ ਸਕਦਾ ਹਾਂ। ਜੇ ਤਿਕ ਮੁਹੰਮਦ ਉਮਦ ਸਾਰੀ। ਜੇ ਤਿਕ ਮੁਹੰਮਦ ਉਮਤ ਸਾਰੀ, ਭਾਵ ਹੁਣ ਤੱਕ ਮੁਹੰਮਦ ਸਾਹਿਬ ਤੋਂ ਲੈ ਕਰਕੇ ਜਿੰਨੇ ਵੀ ਇਸਲਾਮੀ ਹੋਏ ਹਨ, ਕਿਉਂਕਿ ਇਹ ਜਿਹੜਾ ਇਸਲਾਮ ਧਰਮ ਹੈ ਮੁਹੰਮਦ ਸਾਹਿਬ ਤੋਂ ਇਹਦੀ ਪ੍ਰਾਰੰਭਤਾ ਹੋਈ ਹੈ। ਪਹਿਲੇ ਇਸਲਾਮੀ ਇੱਥੋਂ ਇਹ ਧਰਮ ਚੱਲਿਆ। ਸੋ ਮੁਹੰਮਦ ਸਾਹਿਬ ਤੋਂ ਲੈ ਕਰਕੇ ਜਿੰਨੀ ਉਹਨਾਂ ਦੀ ਉਮਤ ਹੈ, ਉਮਤ ਤੋਂ ਭਾਵ ਹੈ ਜਿੰਨੀ ਵੀ ਇਸਲਾਮੀ ਸਭਾ ਹੋਈ ਹੈ, ਉਦੋਂ ਤੋਂ ਲੈ ਕਰ ਹੁਣ ਤੱਕ ਜਿਤਨੇ ਵੀ ਹਨ, ਸਭ ਕੇ ਸਿਰ ਫੂਟੈ ਇੱਕ ਬਾਰੀ। ਐਸੀ ਕਰਾਮਾਤ ਦਿਖਾਵਾਂਗਾ ਵੀ ਇਹਨਾਂ ਸਾਰਿਆਂ ਦੇ ਸਿਰ, ਭਾਵ ਜਿਤਨੇ ਵੀ ਇਹ ਦਾਅਵੇ ਕਰਦੇ ਹਨ, ਦੋਸ਼ੀ ਜਿਤਨੇ ਦੋਸ਼ੀ ਹਨ, ਬੇਦੋਸ਼ੇ ਨਹੀਂ, ਜਿਤਨੇ ਦੋਸ਼ੀ ਹਨ। ਤੇ ਦੋਸ਼ੀ ਉਹੀ ਹਨ ਜਿਹੜੇ ਤਖਤਾਂ ਤੇ ਬਹਿ ਕਰਕੇ ਅਦਲ ਨਹੀਂ ਕਰਨਾ ਜਾਣਦੇ, ਇਨਸਾਫ ਨਹੀਂ ਕਰਨਾ ਜਾਣਦੇ। ਸੋ ਇਹ ਜਿਤਨੇ ਵੀ ਦੋਸ਼ੀ ਹਨ, ਇਹਨਾਂ ਸਾਰਿਆਂ ਦਾ ਸਿਰ ਇੱਕ ਵਾਰ ਫੋੜਨ ਦੀ, ਇੱਕ ਵਾਰ ਖਤਮ ਕਰਨ ਦੀ ਸਮਰੱਥਾ ਹੈ ਜੀ। ਮੰਗੈ ਕਹਿਰ ਦਿਖਰਾਵੋ। ਮਹਾਰਾਜ ਇਹ ਕਰਾਮਾਤ ਕਹਿੰਦੇ ਨੇ ਵਿਖਾਓ, ਤੇ ਤੁਸੀਂ ਹੁਣੇ ਕਹਿ ਰਹੇ ਸੀ ਕਰਾਮਾਤ ਕਹਿਰ ਦਾ ਨਾਮ ਹੈ। ਇਹਦਾ ਮਤਲਬ ਹੈ ਵੀ ਇਹ ਕਹਿਰ ਹੀ ਮੰਗ ਰਹੇ ਹਨ। ਵੇਖੋ ਗੁਰੂ ਘਰ ਹੈ ਨਾ, ਇੱਥੇ ਜੋ ਵੀ ਮੰਗੀਏ ਸੁਚੱਜੇ ਢੰਗ ਨਾਲ ਮੰਗੀਏ। ਇਹਨਾਂ ਪੰਕਤੀਆਂ ਤੋਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ। ਮਹਾਰਾਜ ਦੇ ਘਰੋਂ, ਕਰਤੇ ਦੀ ਕੁਦਰਤ ਵਿੱਚੋਂ, ਉਹਦੇ ਵਿਧਾਨ ਵਿੱਚੋਂ ਜੋ ਵੀ ਮੰਗੀਏ ਬੜਾ ਵਿਚਾਰ ਕੇ ਮੰਗੀਏ, ਕਿਉਂਕਿ ਇਹ ਨਹੀਂ ਪਤਾ ਕਿ ਅਸੀਂ ਕਿਸ ਰੂਪ ਵਿੱਚ ਮੰਗ ਰਹੇ ਹਾਂ ਤੇ ਸਾਡੀ ਮੰਗ ਨੂੰ ਪਰਮਾਤਮਾ ਨੇ ਕਿਵੇਂ ਪ੍ਰਵਾਨ ਕਰ ਲੈਣਾ। ਤੇ ਸੱਚਮੁੱਚ ਉਸ ਨੇ ਕਰਾਮਾਤ ਮੰਗੀ, ਮਹਾਰਾਜ ਨੇ ਐਸੀ ਕਰਾਮਾਤ ਕਰਕੇ ਵਿਖਾਈ। ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਗਾਤਰੇ 'ਚ ਸ਼ਮਸ਼ੀਰ ਕੱਢੀ ਸੀ, ਉਹਨਾਂ ਨੇ ਬਚਨ ਕਹਿ ਦਿੱਤੇ ਸਨ ਕਿ ਇਹ ਬਾਦਸ਼ਾਹ ਔਰੰਗਜ਼ੇਬ ਹਰ ਵਕਤ ਸਾਨੂੰ ਕਹਿੰਦਾ ਸੀ ਕਰਾਮਾਤ ਕਰਾਮਾਤ ਕਰਾਮਾਤ। ਅੱਜ ਕਰਾਮਾਤ ਅਸੀਂ ਕਰ ਦਿੱਤੀ ਹੈ। ਸੱਚਮੁੱਚ ਇਸ ਕਰਾਮਾਤ ਦੇ ਸਨਮੁਖ ਹੁਣ ਬਾਦਸ਼ਾਹ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ। ਇਹਨੂੰ ਰੋਕਣ ਵਾਲਾ ਕੋਈ ਨਹੀਂ ਹੈ ਤੇ ਉਹ ਸ਼ਮਸ਼ੀਰ ਅੱਜ ਤੱਕ ਨਹੀਂ ਰੁਕੀ। ਵੱਡੀ ਕਰਾਮਾਤ ਹੋਊਗੀ। ਮੰਗਦੇ ਨੇ ਕਹਿਰ, ਕਰਾਮਾਤ ਕਹਿਰ ਦਾ ਨਾਮ ਹੈ।
ਤੁਸੀਂ ਮੈਨੂੰ ਇਜਾਜ਼ਤ ਦਿਓ, ਮੈਂ ਇਹਨਾਂ ਨੂੰ ਕਹਿਰ ਕਰਕੇ ਵਿਖਾਉਣਾ ਸੱਚਮੁੱਚ ਕਹਿਰ ਕੀ ਹੁੰਦਾ ਹੈ ਜੀ। ਨਾਸ ਕਰੋ ਇਨ ਸਫਾ ਉਠਾਓ। ਨਾਸ਼ ਕਰੋ ਭਾਵ ਆਪ ਇਜਾਜ਼ਤ ਦਿਓ ਤੇ ਮੈਂ ਕਰਾਮਾਤ ਕਹਿਰ ਦੇ ਨਾਲ ਇਹਨਾਂ ਦਾ ਨਾਸ਼ ਕਰ ਸਕਦਾ ਹਾਂ। ਰਾਵ ਰੰਕ ਹੋਏ ਦੁਸ਼ਟ ਨਾ ਫੇਰਾ। ਐਸੇ ਤੇ ਫਿਰ ਕਦੇ ਇਹ ਤਖਤ ਤੇ ਕੀ ਕਦੇ ਭਿਖਾਰੀ ਬਣ ਕੇ ਵੀ ਸੰਸਾਰ ਵਿੱਚ ਨਹੀਂ ਰਹਿਣਗੇ। ਚਿਤਵੈ ਬੁਰਾ ਨਾ ਸੰਤਨ ਕੇਰਾ। ਜਿਹੜੇ ਤਖਤਾਂ ਤੇ ਬੈਠ ਕਰਕੇ ਸੰਤਾਂ ਦਾ ਬੁਰਾ ਚਿਤਵਦੇ ਹਨ, ਗੁਰੂਆਂ ਦਾ ਪੀਰਾਂ ਦਾ ਬੁਰਾ ਚਿਤਵਦੇ ਹਨ ਜੀ। ਜੇ ਸਭ ਕੀ ਆਗਿਆ ਦਿਓ ਨਾਹੀ। ਮਹਾਰਾਜ ਜੇ ਕਿਤੇ ਆਪ ਮੈਨੂੰ ਆਗਿਆ ਦਿੰਦੇ ਹੋ ਤੇ ਸਤ ਬਚਨ, ਜੇ ਆਗਿਆ ਨਹੀਂ ਦਿੰਦੇ ਤਾਂ ਵੀ ਜੀ। ਬ੍ਰਿੰਦ ਜਮਨ ਰਾਖਣ ਚਿਤ ਚਾਹੀ। ਬ੍ਰਿੰਦ ਜਮਨ ਫਿਰ ਵੀ ਇਹ ਜਿਹੜੇ ਗਿਣਤੀ ਦੇ ਰੋਜ਼ਾਨਾ ਆਪ ਜੀਓ ਕੇ ਉੱਪਰ ਤਸ਼ੱਦਦ ਕਰ ਰਹੇ ਹਨ, ਆਪ ਜੀ ਦੇ ਨਾਲ ਇਦਾਂ ਦਾ ਸਲੂਕ ਕਰ ਰਹੇ ਹਨ, ਰੋਜ਼ ਆਪ ਜੀਓ ਕੇ ਪਾਸ ਕੋਈ ਨਾ ਕੋਈ ਸ਼ਰਤ ਲੈ ਕਰਕੇ ਆਉਂਦੇ ਹਨ, ਫਿਰ ਵੀ ਉਹਨਾਂ ਦਾ ਜਿਹੜਾ ਨਿਸਤਾਰਾ ਕਰਨ ਦੀ ਆਗਿਆ ਜਿਹੜੀ ਆ ਉਹ ਮੈਨੂੰ ਜ਼ਰੂਰ ਦਿੱਤੀ ਜਾਵੇ। ਸੱਚਮੁੱਚ ਸਿੱਖ ਦਾ ਅੰਦਰ ਖੌਲ ਪਿਆ। ਜਿਸ ਵਕਤ ਗੁਰੂ ਦੀ ਬੇਅਦਬੀ ਹੁੰਦੀ ਹੈ ਨਾ, ਸਿੱਖ ਤੋਂ ਜਰਿਆ ਨਹੀਂ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸਨਮੁਖ ਹੋ ਕਰਕੇ ਇਜਾਜ਼ਤ ਮੰਗਣ ਲੱਗੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਧੀਰਤਾ ਦੇ ਸੋਮੇ ਠੰਡ ਦੀ ਮੂਰਤ ਗਰੀਬ ਨਿਵਾਸ ਸਤਿਗੁਰੂ ਜੀਆਂ ਨੇ ਭਾਈ ਮਤੀ ਦਾਸ ਜੀ ਹੋਰਾਂ ਦੀ ਬਾਂਹ ਫੜ ਲਈ। ਕਹਿਣ ਲੱਗੇ ਪੁਰਖਾ ਨਹੀਂ, ਇਹ ਵੀ ਹੁਕਮ ਹੈ, ਇਹ ਵੀ ਪ੍ਰਮਾਤਮਾ ਦੀ ਇੱਕ ਖੇਡ ਹੈ। ਉਸ ਨੇ ਸਾਨੂੰ ਹੁਕਮ ਜਿੱਦਾਂ ਕੀਤਾ ਸੀ ਉਦਾਂ ਹੀ ਸੰਸਾਰ ਵਿੱਚ ਰਹਿਣਾ। ਸ਼ਾਂਤ ਰਹੋ, ਅੱਗੇ ਦੇਖੋ ਪ੍ਰਮਾਤਮਾ ਦਾ ਕੀ ਹੁਕਮ ਹੁੰਦਾ। ਤੇ ਜਿਵੇਂ ਭਾਈ ਮਤੀ ਦਾਸ ਜੀ ਬੋਲਦੇ ਨੇ, ਉਹ ਸਭ ਕੁਝ ਮੌਲਾਣਾ ਸੁਣ ਰਿਹਾ ਸੀ। ਉਸ ਨੂੰ ਲੱਗਾ ਕਿ ਸੱਚਮੁੱਚ ਇਹਦੇ ਵਿੱਚ ਵੀ ਵੱਡੀ ਕਰਾਮਾਤ ਹੈ। ਭਾਈ ਮਤੀ ਦਾਸ ਜੀ ਹੋਰਾਂ ਨੂੰ ਗ੍ਰਿਫਤਾਰ ਕਰਕੇ ਬਾਦਸ਼ਾਹ ਦੇ ਸਨਮੁਖ ਲੈ ਜਾਂਦਾ ਹੈ। ਫਿਰ ਜਿਵੇਂ ਉਹਨਾਂ ਦੇ ਸਰੀਰ ਨੂੰ ਚੀਰਿਆ ਜਾਂਦਾ, ਉਹ ਸਾਖੀ ਆਉਣ ਵਾਲੇ ਦੀਵਾਨਾਂ ਵਿੱਚ, ਕੱਲ੍ਹ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨਾਲ ਸਾਂਝੀ ਕਰਨ ਦਾ ਯਤਨ ਕਰਾਂ। ਕਿਉਂਕਿ ਪਹਿਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਿੱਖਾਂ ਵਿੱਚੋਂ ਸ਼ਹੀਦ ਭਾਈ ਮਤੀ ਦਾਸ ਜੀ ਨੇ। ਸੋ ਜਿਸ ਵੇਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ ਦਿੱਲੀ ਦਾ ਸਾਕਾ, ਜਿਵੇਂ ਭਾਈ ਸਾਹਿਬ ਜੀ ਹੋਰਾਂ ਨੇ ਆਪਣੀ ਇਸ ਰਚਨਾ ਵਿੱਚ ਘਟਨਾ ਅੰਕਿਤ ਕੀਤੀ ਹੈ, ਯਤਨ ਕਰਾਂਗੇ ਇਹਨਾਂ ਸਮਿਆਂ ਦੌਰਾਨ ਵਿਸਤਾਰ ਸਹਿਤ ਸਾਰੀ ਵਿਥਿਆ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਜਿੰਨੀਆਂ ਹੀ ਬਿਨਤੀਆਂ ਪ੍ਰਵਾਨ ਕਰਨੀਆਂ ਜੀ। ਇਤਿਹਾਸ ਵਾਚਦੀਆਂ ਹੋਈਆਂ ਬੇਅੰਤ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ। ਆਓ ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜੇ ਸਭ ਕੀ ਆਗਿਆ ਦਿਓ ਨਾਹੀ। ਬ੍ਰਿੰਦ ਜਮਨ ਰਾਖਣ ਚਿਤ ਚਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।